ਬਾਈਬਲ ਦੇ ਵਿੱਚ ਲਿਖਿਆ ਹੈ It's written in the Bible. ਕਿ ਆਖਰੀ ਦਿਨਾਂ ਦੇ ਵਿੱਚ In the last days, ਲੋਕਾਂ ਦੀ ਪ੍ਰੀਤ ਪਰਮੇਸ਼ਵਰ ਦੇ ਨਾਲ ਠੰਡੀ ਹੋ ਜਾਵੇਗੀ। the love for the Lord shall grow cold. ਪਰਮੇਸ਼ਵਰ ਦੇ ਨਾਲ ਲੋਕਾਂ ਦੀ ਪ੍ਰੀਤ ਠੰਡੀ ਹੋ ਜਾਵੇਗੀ। With the God, the love for the Lord shall grow cold. ਕੀ ਕਾਰਨ ਹੈ ਕਿ ਪਰਮੇਸ਼ਵਰ ਦੇ ਨਾਲ ਲੋਕਾਂ ਦੀ ਪ੍ਰੀਤ ਠੰਡੀ ਹੋ ਜਾਵੇਗੀ? And what is the reason behind the love growing cold? ਬਾਈਬਲ ਕਹਿੰਦਾ ਹੈ ਕਿ ਆਖਰੀ ਦਿਨਾਂ ਵਿੱਚ ਲੋਕ ਮਾਇਆ ਦੇ ਲੋਭੀ ਹੋ ਜਾਣਗੇ। The Bible says in the last days the people shall be the lovers of the finances, money. ਪਿਆਰ ਖਤਮ ਹੋ ਜਾਏਗਾ। And love shall be no more seen. ਭਰਾ ਭਰਾ ਦੇ ਖਿਲਾਫ ਹੋ ਜਾਏਗਾ। A brother shall be against his brother. ਮਾਂ ਧੀ ਦੇ ਖਿਲਾਫ ਹੋ ਜਾਏਗੀ। A mother against his mother. ਪਿਓ ਪੁੱਤ ਦੇ ਖਿਲਾਫ ਹੋ ਜਾਏਗਾ। Father against his son. ਜਗ੍ਹਾ ਜਗ੍ਹਾ ਤੇ ਲੜਾਈਆਂ ਹੋਣਗੀਆਂ। You shall see quarrels. ਭੁਚਾਲ ਆਉਣਗੇ। There shall be earthquakes. ਅਤੇ ਲੋਕ ਆਪ ਸਵਾਰਥੀ ਹੋ ਜਾਣਗੇ। People shall be selfish. ਅਤੇ ਪਰਮੇਸ਼ਵਰ ਦੇ ਨਾਲ ਵੀ ਲੋਕ ਸਵਾਰਥ ਦੇ ਨਾਲ ਸੰਬੰਧ ਰੱਖਣਗੇ। People shall bind relation with God out of selfish motives. ਬਚਾਇਆ ਉਹ ਜਾਏਗਾ Only the one shall be saved. ਜਿਹੜਾ ਸਦਾ ਤੀਕ ਪਰਮੇਸ਼ਵਰ ਦੇ ਨਾਲ ਬਣਿਆ ਰਹੇਗਾ। The one who shall be in relation with God will all time. ਅੱਜ ਬਹੁਤ ਸਾਰੇ ਲੋਕ ਨੇ ਇਸ ਧਰਤੀ ਦੇ ਉੱਤੇ Many people in this world there are. ਜਿਨ੍ਹਾਂ ਦੇ ਜੀਵਨ ਦੇ ਵਿੱਚ ਇੱਕ ਚੰਗੀ ਗਵਾਹੀ ਹੈ। Those who have a great good testimony in their life. ਇੱਕ ਚੰਗੀ ਟੈਸਟਮਨੀ ਦੇ ਨਾਲ ਉਹ ਪਰਮੇਸ਼ਵਰ ਨੂੰ ਜਾਣੇ। And they have known God with a great testimony. ਇੱਕ ਬਹੁਤ ਔਖਾ ਵੇਲਾ ਸੀ ਜਦੋਂ ਉਹਨਾਂ ਨੇ ਪਰਮੇਸ਼ਵਰ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕੀਤਾ। And that in the bad times they confessed the Lord as their savior. ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਜਾਣਿਆ। And they knew the Lord Jesus ਤੇ Christ. ਪ੍ਰਭੂ ਯਿਸੂ ਮਸੀਹ ਨੂੰ ਜਾਣਨ ਦਾ ਮੌਕਾ ਮਿਲਿਆ। And they were given a chance to know the Lord Jesus Christ. ਉਹ ਬੜੇ ਅੱਛੇ ਤਰੀਕੇ ਨਾਲ ਪਰਮੇਸ਼ਵਰ ਦੇ ਹਜ਼ੂਰ ਵਿੱਚ ਪ੍ਰਾਰਥਨਾਵਾਂ ਕਰਨ ਵਾਲੇ ਲੋਕ ਬਣੇ। And they became men of prayer in the presence of God. ਆਪਣਾ ਦਿਲ ਪਰਮੇਸ਼ਵਰ ਨੂੰ ਉਹਨਾਂ ਨੇ ਦਿੱਤਾ। They gave their hearts to the Lord. ਹਰ ਵਕਤ ਪ੍ਰਾਰਥਨਾ ਤੋਂ ਬਿਨਾਂ ਉਹ ਕਦਮ ਨਹੀਂ ਪੱਟਦੇ ਸਨ। And they never stepped ahead even without prayer. ਹਰ ਵੇਲੇ ਉਹ ਪਰਮੇਸ਼ਵਰ ਦੇ ਨਾਲ ਇਸ ਤਰੀਕੇ ਨਾਲ ਚੱਲਦੇ ਸੀ ਜਿਵੇਂ ਸਾਹ ਤੋਂ ਬਗੈਰ ਆਦਮੀ ਜੀ ਨਹੀਂ ਸਕਦਾ। They walked with the Lord as a man that cannot live without a breath. ਤੁਸੀਂ ਦੇਖਿਆ ਜਦੋਂ ਬੱਚੇ ਕੈਰਮ ਬੋਰਡ ਖੇਡਦੇ ਹਨ। Have you ever seen children playing carom board? ਇੱਕ ਹੀ ਜਿਹੜੀ ਉਹਦੀ ਗੀਟੀ ਹੁੰਦੀ ਹੈ। And there is one striker. ਇੱਕ ਹੀ ਅਗਰ ਸਹੀ ਜਗ੍ਹਾ ਤੇ ਨਾ ਲੱਗੇ And if it doesn't strike at the right one, ਉਹ ਸਾਰੀਆਂ ਗੀਟੀਆਂ ਨੂੰ ਖਿਲਾਰ ਦਿੰਦੀ ਹੈ ਕੈਰਮ ਬੋਰਡ ਦੇ ਅੰਦਰ। and it scatters all the strikes. ਪਰ ਉਹਦਾ ਫਾਇਦਾ ਕੋਈ ਨਹੀਂ ਹੁੰਦਾ। And it is of no use. ਫਿਰ ਤੁਸੀਂ ਚਾਲ ਚੱਲਦੇ ਹੋ। Again you try. ਫਿਰ ਉਹ ਗੀਟੀ ਤੁਹਾਨੂੰ ਕੋਈ ਫਾਇਦਾ ਨਹੀਂ ਦੇ ਕੇ ਜਾਂਦੀ। Then again that striker doesn't give you any useful motive. ਅੱਜ ਇਸ ਧਰਤੀ ਉੱਤੇ ਬਹੁਤ ਸਾਰੇ ਇਦਾਂ ਦੇ ਲੋਕ ਹਨ। There are many kind of people on this earth. ਜਿਨ੍ਹਾਂ ਦੇ ਲਈ ਓਪਨ ਡੋਰ ਚਰਚ ਦੇ ਅੰਦਰ ਪ੍ਰਾਰਥਨਾਵਾਂ ਕੀਤੀਆਂ ਗਈਆਂ। Prayers were done in the open door church Khojewala. ਪ੍ਰਾਰਥਨਾਵਾਂ ਦੇ ਸਦਕੇ ਪਰਮੇਸ਼ਵਰ ਨੇ ਉਹਨਾਂ ਨੂੰ ਬਰਕਤ ਦਿੱਤੀ। And because of the prayers they were blessed by the Lord. ਜਦੋਂ ਉਹ ਅੱਛੇ ਤਰੀਕੇ ਨਾਲ ਆਸਮਾਨ ਦੇ ਵਿੱਚ ਉੱਡਣਾ ਸ਼ੁਰੂ ਕੀਤਾ। When they started to fly high in the atmosphere. ਜਦੋਂ ਉਹਨਾਂ ਦਾ ਸਭ ਕੁਝ ਠੀਕ ਸੀ। When all things were right. ਅਚਾਨਕ ਉਹ ਪਰਮੇਸ਼ਵਰ ਦੀ ਪ੍ਰੈਜ਼ੈਂਸ ਚੋਂ ਬਾਹਰ ਚਲੇ ਗਏ। And all of a sudden they came out of the presence of the Lord. ਅਤੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਤੋਂ ਬਾਹਰ ਜਾਣ ਤੋਂ ਬਾਅਦ And after coming out from the presence of the Lord, ਤੁਸੀਂ ਪੰਜਾਬੀ ਦੇ ਵਿੱਚ ਇੱਕ ਬੜੀ ਅੱਛੀ ਕਹਾਵਤ ਨੂੰ ਜਾਣਦੇ ਹੋ। and you know a proverb in Punjabi. ਕਿ ਜਦੋਂ ਦੀਵਾ ਬੰਦ ਹੋਣ ਲੱਗਦਾ ਹੈ ਉਹ ਪਹਿਲਾਂ ਨਾਲੋਂ ਜ਼ਿਆਦਾ ਲੋ ਕਰਦਾ ਹੈ। When the lamp is about to go off, it gives more light. ਬਹੁਤ ਸਾਰੇ ਲੋਕ ਨੇ ਜਿਹੜੇ ਪਰਮੇਸ਼ਵਰ ਦੀ ਸਹੀ ਪ੍ਰੈਜ਼ੈਂਸ ਦੇ ਵਿੱਚੋਂ ਬਾਹਰ ਚਲੇ ਗਏ। Many went out of the right presence of the Lord. ਅਤੇ ਜਦੋਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚੋਂ ਬਾਹਰ ਗਏ And when they went out of the presence of God, ਉਹ ਹੋਰ ਉਚਾਈਆਂ ਤੇ ਜਾਣਾ ਸ਼ੁਰੂ ਕੀਤਾ ਉਹਨਾਂ ਨੇ। and they started to climb more higher. ਆਖਿਰ ਦੇ ਵਿੱਚ ਕੀ ਹੋਇਆ? And what happened in the last? ਉਹਨਾਂ ਦੇ ਸਾਰੇ ਕਨੈਕਸ਼ਨ ਸਪਿਰਿਚੁਅਲੀ ਆਤਮਿਕ ਕਨੈਕਸ਼ਨ ਟੁੱਟ ਚੁੱਕੇ ਹਨ। And all the spiritual connections were cut off. ਹੁਣ ਉਹ ਉਦਾਸ ਹਨ। Now they are sad.
ਘਬਰਾ ਰਹੇ ਹਨ and now in worry. ਉਹਨਾਂ ਨੂੰ ਕੋਈ ਹੁਣ ਹੋਰ ਚਾਹੀਦਾ ਹੈ They want someone ਜਿਹੜਾ ਉਹਨਾਂ ਦੀ ਲਾਈਫ ਦੇ ਅੰਦਰ ਕੋਈ ਮਿਰਕਲਸ ਕਰ ਸਕੇ who could do a miracle in their life. ਉਹ ਬਿਨਾਂ ਮਾਫੀ ਮੰਗੇ ਪਰਮੇਸ਼ਵਰ ਦੇ ਕੋਲੋਂ ਹੁਣ ਫਿਰ ਬਰਕਤ ਚਾਹੁੰਦੇ ਹਨ And they want to be blessed without getting the repentance from the sins. ਉਹ ਬਿਨਾਂ ਪਰਮੇਸ਼ਵਰ ਨੂੰ ਇਹ ਕਹੇ ਬਿਨਾਂ ਉਹ ਚਰਚ ਦੇ ਅੰਦਰ ਆ ਕੇ ਕਹੇ ਬਿਨਾਂ ਪਾਦਰੀ ਦੇ ਕੋਲ ਜਾਣ ਤੋਂ ਉਹ ਪਰਮੇਸ਼ਵਰ ਨੂੰ ਪ੍ਰਾਰਥਨਾ ਕਰ ਰਹੇ ਹਨ And they are praying to the Lord despite of going to the pastor and coming to the church. ਬਾਈਬਲ ਦਾ ਇੱਕ ਸਿਧਾਂਤ ਹੈ There is a law in the Bible. ਤੁਹਾਨੂੰ ਆਪਣੇ ਦੁਆਰਾ ਕੀਤੇ ਗਏ ਅਪਰਾਧਾਂ ਦੀ ਮਾਫੀ ਮੰਗਣੀ ਪਵੇਗੀ You got to ask for the forgiveness of the sins that you have committed. ਜਦ ਤੱਕ ਤੁਹਾਡੇ ਅਪਰਾਧ ਤੁਹਾਡੇ ਬਰਾਬਰ ਖੜੇ ਹਨ Till the time your sin stands by your side. ਉਦੋਂ ਤੱਕ ਤੁਹਾਡੇ ਉੱਤੇ ਕੋਈ ਵੀ ਪਰਮੇਸ਼ਵਰ ਦੀ ਬਲੇਸਿੰਗ ਨਹੀਂ ਹੋ ਸਕਦੀ Till that time no blessing of God can come upon you. ਤੁਸੀਂ ਉਹਦੇ ਬਦਲੇ ਪ੍ਰਾਰਥਨਾਵਾਂ ਕਰੋ ਰੋਵੋ ਚਿਲਾਓ ਲਿਟੋ ਵਰਤ ਰੱਖੋ You can fast, you can pray, you can wail, you can cry, and you can do anything. ਜਦ ਤੱਕ ਤੁਹਾਡੇ ਬਰਾਬਰ ਖੜੇ ਤੁਹਾਡੇ ਅਪਰਾਧ ਪਰਮੇਸ਼ਵਰ ਨੂੰ ਨਜ਼ਰ ਆ ਰਹੇ ਹਨ Till the time your sin standing by your side are seen by the eye of God. ਤੁਸੀਂ ਕਦੇ ਵੀ ਆਪਣੇ ਜੀਵਨ ਦੇ ਅੰਦਰ ਸਕਸੈਸ ਨਹੀਂ ਹੋ ਸਕਦੇ You can never be successful in your life. ਚਰਚ ਆਉਣਾ ਹੀ ਸਕਸੈਸ ਨਹੀਂ ਹੈ Only coming to church doesn't mean success. ਬਈ ਤੁਸੀਂ ਚਰਚ ਆਏ ਹੁਣ ਤੁਸੀਂ ਬਹੁਤ ਬਲੈਸ ਹੋ ਜਾਣਾ ਹੈ That you came to church and you will be blessed abundantly. ਬਹੁਤ ਸਾਰੇ ਏਦਾਂ ਦੇ ਅੱਜ ਇਸ ਧਰਤੀ ਉੱਤੇ ਵਿਸ਼ਵਾਸੀ ਹਨ Many believers are there on this earth. ਜਿੱਥੇ ਤੱਕ ਵੀ ਮੇਰਾ ਇਹ ਪੈਗਾਮ ਜਾ ਰਿਹਾ ਮੈਂ ਉੱਥੇ ਤੱਕ ਦੀ ਗੱਲ ਕਰ ਰਿਹਾ ਹਾਂ To whatsoever point my preaching is going. ਜਿਨ੍ਹਾਂ ਦੀ ਲਾਈਫ ਗੁਨਾਹਾਂ ਵਾਲੀ ਹੈ The life of theirs is of sin. ਲਾਈਫ ਦੇ ਅੰਦਰ ਪਾਪ ਹਨ There is sin in the life. ਕੁਝ ਪਾਪ ਜਿਹੜੇ ਸਾਰਿਆਂ ਦੇ ਸਾਹਮਣੇ ਹਨ There are sins that are seen by everybody. ਤੇ ਬਹੁਤ ਸਾਰੇ ਪਾਪ ਹਨ ਜਿਹੜੇ ਗੁੱਝੇ ਹਨ There are sins that are in hiding. ਇਹ ਕੋਈ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਔਰਤ ਹੋ ਕਿ ਤੁਸੀਂ ਆਦਮੀ ਹੋ It does not matter whether you are a man or you woman. ਪਰਮੇਸ਼ਵਰ ਆਪਣੀ ਹਜ਼ੂਰੀ ਵਿੱਚ ਪਵਿੱਤਰ ਲੋਕਾਂ ਨੂੰ ਬਰਕਤ ਦਿੰਦੇ ਹਨ God blesses only those people who are holy. ਕੌਣ ਹੈ ਪਵਿੱਤਰ Who is the holy ਬਾਈਬਲ one? ਕਹਿੰਦੀ ਕੋਈ ਵੀ ਪਵਿੱਤਰ ਨਹੀਂ ਕੋਈ ਵੀ ਧਰਮੀ ਨਹੀਂ The Bible says no one is holy, no one is righteous. ਹੁਣ ਅਸੀਂ ਇਹਨੂੰ ਕਿੱਦਾਂ ਸਮਝੀਏ How do we understand this? ਪਰ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਅਸੀਂ ਧਰਮੀ ਠਹਿਰਾਏ ਗਏ ਹਾਂ We are acclaimed righteous by the blood that Jesus Christ shed. ਜਦ ਅਸੀਂ ਆਪਣੇ ਗੁਨਾਹਾਂ ਦੀ ਮਾਫੀ ਮੰਗ ਚੁੱਕੇ ਹਾਂ When we have already asked for the forgiveness of our sins. ਹੁਣ ਆਪਣੇ ਆਪ ਨੂੰ ਦੂਜਿਆਂ ਲੋਕਾਂ ਦੇ ਬਰਾਬਰ ਨਾ ਮੰਨੋ Do not make yourself equal to others. ਜਿੱਥੇ ਸਚਾਈ ਹੈ ਉੱਥੇ ਹੀ ਖੁਦਾਈ ਹੈ Wherever there is righteousness, the Lord resides. ਪਰ ਯਾਦ ਰੱਖੋ But remember, ਮੈਂ ਆਪਣੇ ਜੀਵਨ ਦੇ ਅੰਦਰ ਸਭ ਤੋਂ ਵੱਧ ਗੋਸਪਲ ਨੂੰ ਪ੍ਰੀਚ ਕੀਤਾ ਹੈ and I have in all of my life preached the gospel. ਮੈਂ ਬਾਈਬਲ ਦੇ ਵਚਨ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ And I have tried to make the word of God to reach people. ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ And all those who made the word of God the part of their life. ਉਹ ਆਪਣੇ ਜੀਵਨ ਦੇ ਅੰਦਰ ਕਦੇ ਵੀ ਨਾ ਸ਼ੁਕਰਾਨੇ ਨਹੀਂ ਬਣੇ They never became thankless in all their ਉਹ lives. ਹਮੇਸ਼ਾ ਪਰਮੇਸ਼ਵਰ ਦਾ ਸ਼ੁਕਰਾਨਾ ਕਰਨ ਵਾਲੇ ਲੋਕ ਠਹਿਰੇ They were the people who were always thankful to the Lord. ਪਰ ਜਿਹੜੇ ਆਪਣੀਆਂ ਅੱਖਾਂ ਦੇ ਨਾਲ ਕੁਝ ਦੇਖਣਾ ਚਾਹੁੰਦੇ ਨੇ ਹਰ ਵਾਰੀ But those who wants to see something with their eyes at all times. ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੋਈ ਪਿਕਚਰ ਫਸੀ ਰਹਿੰਦੀ ਹੈ And they have a picture inside of their mind. ਉਹਨਾਂ ਦੇ ਅੰਦਰ ਵਚਨ ਨਹੀਂ ਹੈ They have no word in their ਉਹਨਾਂ lives. ਦੇ ਅੰਦਰ ਪਿਕਚਰ ਹੈ They have picture in their lives. ਤੁਸੀਂ ਆਪਣੇ ਜੀਵਨ ਦੇ ਅੰਦਰ ਤਸਵੀਰ ਨਾ ਬਣਾਓ Do not create a picture in your life. ਤੁਸੀਂ ਆਪਣੇ ਜੀਵਨ ਦੇ ਅੰਦਰ ਪਰਮੇਸ਼ਵਰ ਦਾ ਵਚਨ ਬਣਾਓ Create the word of God in your life. ਜਦ ਤੁਸੀਂ ਆਪਣੇ ਜੀਵਨ ਦੇ ਅੰਦਰ ਪਰਮੇਸ਼ਵਰ ਦੇ ਵਚਨ ਨੂੰ ਪਹਿਲ ਦੋਗੇ When you give priority to the word of God in your life, ਤਦ ਤੁਸੀਂ ਦੇਖਣਾ ਵਚਨ ਦੇ ਦੁਆਰਾ ਕਿਸ ਤਰ੍ਹਾਂ ਪਰਮੇਸ਼ਵਰ ਤੁਹਾਡੇ ਜੀਵਨ ਦੀ
ਤਸਵੀਰ ਨੂੰ ਬਦਲਦੇ ਹਨ। then you will see how God is going to transform your life through His Word. ਹਰ ਵਿਅਕਤੀ ਦੇ ਜੀਵਨ ਦੇ ਅੰਦਰ ਇੱਕ ਸੀਜ਼ਨ ਆਉਂਦਾ ਆ। There is a season that comes in everyone's life. ਸੀਜ਼ਨ ਤੁਸੀਂ ਸਮਝਦੇ ਹੋ? Do you understand season? ਹੁਣ ਸੀਜ਼ਨ ਸੀਗਾ ਕਣਕਾਂ ਕੱਟਣ ਦਾ ਸੀਜ਼ਨ ਲੰਘਿਆ ਹੈ। This was a reaping season for the wheat. ਅਨਾਜ ਜਮਾ ਕਰਨ ਦਾ ਸੀਜ਼ਨ ਸੀਗਾ। And to store the seeds. ਕਿੰਨਿਆਂ ਨੇ ਕੀਤਾ ਮੈਨੂੰ ਪਤਾ ਨਹੀਂ। How many of you did not know? ਇਦਾਂ ਹੀ ਤੁਹਾਡੀ ਲਾਈਫ ਦੇ ਅੰਦਰ ਇੱਕ ਸੀਜ਼ਨ ਹੈ। There is a season in your life. ਪਰਮੇਸ਼ਵਰ ਦੀ ਬਲੇਸਿੰਗ ਨੂੰ ਲੈਣ ਦਾ ਸੀਜ਼ਨ। A season to receive the blessing of God. ਕਈ ਵਾਰੀ ਤੁਸੀਂ ਬਹੁਤ ਲਾਗੇ ਹੁੰਨੇ ਆ। Sometimes you are too near. ਪਰ ਕਈ ਵਾਰੀ ਤੁਸੀਂ ਆਪਣੇ ਲਾਗੇ ਹੋਣ ਦੇ ਬਾਵਜੂਦ ਵੀ ਬਰਕਤ ਨੂੰ ਗ੍ਰਹਿਣ ਨਹੀਂ ਕਰ ਪਾਉਂਦੇ। Despite of being so near, you are unable to receive your blessing. ਉਹਦਾ ਇੱਕ ਕਾਰਨ ਹੈ। There is a reason behind. ਕਿਉਂਕਿ ਤੁਸੀਂ ਆਪਣੇ ਜੀਵਨ ਦੇ ਅੰਦਰ ਵਿਸ਼ਵਾਸ ਭਰਪੂਰ ਨਹੀਂ ਖੜੇ। For you did not stand with fullness of faith in your life. ਬਾਈਬਲ ਦੇ ਪਹਿਲੇ ਪੰਨੇ ਤੋਂ ਲੈ ਕੇ ਬਾਈਬਲ ਦੇ ਆਖਰੀ ਪੰਨੇ ਤੱਕ From the first page of the Bible to the last page of the Bible. ਸਾਰੀ ਗੱਲ ਵਿਸ਼ਵਾਸ ਦੇ ਉੱਤੇ ਚੱਲਦੀ ਹੈ। Everything runs by the faith. ਹਰ ਚੀਜ਼ ਵਿਸ਼ਵਾਸ ਦੇ ਨਾਲ ਹੁੰਦੀ ਹੈ। Everything happens by faith. ਅਗਰ ਤੁਸੀਂ ਅੱਜ If today ਆਪਣੇ ਨਾਲ ਖੜੇ ਸਾਰੇ ਅਪਰਾਧਾਂ ਨੂੰ ਪਰਮੇਸ਼ਵਰ ਦੇ ਅੱਗੇ ਮੰਨ ਲੈਂਦੇ ਹੋ, if you confess every sin that stands by your side to God, ਤਾਂ ਤੁਸੀਂ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰੋਗੇ। then you shall begin a new life. ਸੰਸਾਰ ਇਸ ਸਮੇਂ ਸਭ ਤੋਂ ਵੱਧ ਤੇਜ਼ੀ ਨਾਲ ਹੋਣ ਵਾਲੇ ਪਾਪਾਂ ਦੇ ਨਾਲ ਭਰਿਆ ਪਿਆ ਹੈ। And this world, the committed sin in this world, it is being full. This ਕਿਉਂਕਿ ਲਿਖਿਆ ਆਖਰੀ ਦਿਨਾਂ ਦੇ ਵਿੱਚ ਅਪਰਾਧ ਜਿਹੜਾ ਹੈ ਉਹ ਬਹੁਤ ਪੀਕ ਤੇ ਚਲਾ ਜਾਵੇਗਾ। For in the word it says, in the last days the sin shall be on its peak. ਹੁਣ ਮਸੀਹ ਵਿੱਚ ਉਹ ਲੋਕ ਚਾਹੀਦੇ ਆ, ਵਿਸ਼ਵਾਸ ਵਿੱਚ ਉਹ ਲੋਕ ਚਾਹੀਦੇ ਆ, And those people, those believers are required in Christ. ਜਿਹੜੇ ਪਰਮੇਸ਼ਵਰ ਦੇ ਵੱਲ ਮੂੰਹ ਕਰਕੇ ਖੜੇ ਰਹਿਣ। Those who can face towards the God and keep standing. ਜਿਹੜੇ ਪਰਮੇਸ਼ਵਰ ਨੂੰ ਪੁਕਾਰਦੇ ਰਹਿਣ। Those who keep calling unto the Lord. ਜਿਹੜੇ ਪਰਮੇਸ਼ਵਰ ਦੀ ਮੁਹੱਬਤ ਦੇ ਵਿੱਚ ਜੁੜੇ ਰਹਿਣ। Those who are always bound in the love of the Lord. ਬਹੁਤ ਸਾਰੇ ਵਿਸ਼ਵਾਸੀ ਹੈ Many believers ਜਿਹੜੇ ਪਰਮੇਸ਼ਵਰ ਦੇ ਜਾਂ ਪਵਿੱਤਰ ਆਤਮਾ ਦੇ ਟੱਚ ਦੇ ਵਿੱਚ ਨਹੀਂ ਹਨ। those who are not in touch, in connection with the Holy Ghost. ਪਵਿੱਤਰ ਆਤਮਾ ਦੇ ਟੱਚ ਵਿੱਚ ਨਹੀਂ ਹਨ। Those who are not in connection, in touch with the Holy Ghost. ਉਹਨਾਂ ਦੀ ਲਾਈਫ ਦੇ ਅੰਦਰ ਕੁਝ ਨਹੀਂ ਹੋ ਰਿਹਾ। Nothing is seen happening in their life. ਕਿਉਂਕਿ ਤੁਸੀਂ ਕੁਝ ਅਜਿਹਾ ਹਾਸਲ ਨਹੀਂ ਕੀਤਾ ਜਿਹਨੂੰ ਸ਼ੈਤਾਨ ਖੋਣਾ ਚਾਹੁੰਦਾ ਹੈ। For you have not yet received anything that Satan can snatch it from you. ਉਹ ਸੋਲਜਰ, ਉਹ ਸਿਪਾਹੀ ਜਿਨ੍ਹਾਂ ਨੇ ਕੁਝ ਹਾਸਲ ਕੀਤਾ ਹੈ ਉਹ ਅੱਗੇ ਵੱਧ ਕੇ ਲੜਦੇ ਹਨ। And those soldiers, those who have received something, they go ahead and they receive. ਤੁਸੀਂ ਕੁਝ ਵੀ ਅਗਰ ਹਾਸਲ ਨਹੀਂ ਕੀਤਾ ਤੇ ਤੁਸੀਂ ਅੱਗੇ ਵੱਧ ਕੇ ਲੜ ਨਹੀਂ ਸਕਦੇ। If you have not received anything, you can not go ahead and fight. ਇੱਕ ਯੁੱਧ ਹੈ ਜਿਹੜਾ ਤੁਹਾਡੇ ਵਿੱਚ ਅਤੇ ਵੈਰੀ ਦੇ ਵਿੱਚ ਲੱਗਾ ਹੋਇਆ A ਹੈ। war in between you and in between your enemy. ਵੈਰੀ ਹਮੇਸ਼ਾ ਇਨਸਾਨ ਨੂੰ ਮਾਰਨਾ ਚਾਹੁੰਦਾ ਹੈ। And your enemy always want to destroy man. ਪਰ ਪਰਮੇਸ਼ਵਰ ਹਰ ਵਕਤ ਤੁਹਾਨੂੰ ਬਚਾਉਣਾ ਚਾਹੁੰਦੇ ਹਨ। And God always wants to save you. ਪਰਮੇਸ਼ਵਰ ਚਾਹੁੰਦੇ ਆ ਉਹ ਤੁਹਾਡਾ ਬਚਾਅ ਕਰਨ। And God wants that He should save you. ਇਸੇ ਕਰਕੇ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਇਸ ਧਰਤੀ ਉੱਤੇ ਭੇਜਿਆ। This is the reason God sent His only begotten Son on the earth. ਔਰ ਬਾਈਬਲ ਇਦਾਂ ਕਹਿੰਦਾ ਹੈ It is what the Bible says. ਜਿਹੜਾ ਵੀ ਵਿਸ਼ਵਾਸ ਕਰੇ, Whomsoever shall believe. ਜਿਹੜਾ ਵੀ ਵਿਸ਼ਵਾਸ ਕਰੇ, Whomsoever shall believe. ਕੋਈ ਵੀ Whomsoever. ਉਹ ਬਚਾਇਆ ਜਾਏਗਾ। He shall be saved.
saved. ਮੈਂ ਤੁਹਾਨੂੰ ਅੱਜ ਇਹ ਗੱਲ ਕਹਿਣੀ ਚਾਹੁੰਦਾ But I ਹਾਂ, want to tell you, ਹੋ ਸਕਦਾ ਤੁਸੀਂ ਬਹੁਤ ਵੱਡੀ ਮੁਸੀਬਤ ਦੇ ਵਿੱਚ ਹੋ you might be in a great trouble. ਹੋ ਸਕਦਾ ਤੁਹਾਨੂੰ ਲੱਗਦਾ ਹੋਵੇ ਅਗਰ ਅੱਜ ਪਾਦਰੀ ਨਾ ਮਿਲਿਆ ਹੋ ਸਕਦਾ ਸਾਡਾ ਨਾਸ਼ ਹੋ ਜਾਵੇ। And it might seem to you, if pastor doesn't meet us, we will be destroyed. ਤੁਹਾਨੂੰ ਲੱਗਦਾ ਹੈ ਕਿ ਪਾਦਰੀ ਅਗਰ ਹੱਥ ਰੱਖੇਗਾ ਤਾਂ ਅਸੀਂ ਬਚਾਂਗੇ। And it might seem to you, if the pastor lays his hand, we ਮੈਂ shall be ਤੁਹਾਨੂੰ saved. ਅੱਜ ਇਹ ਗੱਲ ਕਹਿਣੀ ਚਾਹੁੰਦਾ ਹਾਂ, But I want to tell you, ਮੇਰਾ ਪਰਮੇਸ਼ਵਰ ਜਿੰਦਾ ਖੁਦਾ ਅੱਜ ਸਿੱਧੇ ਤੌਰ ਤੇ ਤੁਹਾਨੂੰ ਛੂਹਣਾ ਚਾਹੁੰਦਾ ਹੈ my God, the living God, wants to touch you straightway. ਅਤੇ ਤੁਹਾਨੂੰ ਚੰਗਾ ਕਰਨਾ ਚਾਹੁੰਦਾ ਹੈ। He wants to heal you. ਮਾਇਨਾ ਇਹ ਹੈ ਕਿ ਅੱਜ ਤੁਸੀਂ ਆਪਣੇ ਗੁਨਾਹ ਦੀ ਮਾਫੀ ਮੰਗੋ। The only thing needed is you got to get rid of your sin ਸੱਚੇ ਦਿਲ ਤੋਂ ਇਕਰਾਰ ਕਰੋ। and repent from all your heart. ਮੈਂ ਜ਼ਬੂਰ 103 ਉਹਦੀ 3 ਪੰਕਤੀ ਨੂੰ ਦੇਖਣਾ ਚਾਹਾਂਗਾ Psalm 103 verse 3. ਅਤੇ ਉਹਦੀ 3 ਆਇਤ ਨੂੰ ਆਪਣੇ ਬਾਈਬਲ ਦੇ ਅੰਦਰ ਦੇਖੋ ਕਿੰਨਾ ਪਰਮੇਸ਼ਵਰ ਨੇ ਜ਼ਬਰਦਸਤ ਵਚਨ ਅੱਜ ਤੁਹਾਡੇ ਲਈ ਭੇਜਿਆ ਹੈ। Let us look what the mighty word of God has been sent for you from God. ਪਰਮੇਸ਼ਵਰ ਹਮੇਸ਼ਾ ਆਪਣੇ ਵਚਨ ਦੇ ਰਾਹੀਂ ਆਪਣੇ ਲੋਕਾਂ ਦੇ ਨਾਲ ਗੱਲ ਕਰਦੇ ਹਨ। God always speaks to his people through his word. ਜਦੋਂ ਅਬਰਾਹਮ ਦਾ ਇਮਤਿਹਾਨ ਹੋ ਰਿਹਾ ਸੀ When Abraham was being tested, ਉਦੋਂ ਵੀ ਪਰਮੇਸ਼ਵਰ ਨੇ ਵਚਨ ਦੇ ਰਾਹੀਂ ਗੱਲ ਕੀਤੀ ਹੈ ਉਸ ਦੇ ਨਾਲ। God spoke to Abraham through his word. ਵਚਨ ਹੀ ਵਰਤਿਆ ਗਿਆ। Oh, word was used. ਤੁਹਾਨੂੰ ਪਤਾ ਹੈ ਜਿਹੜਾ ਬਾਈਬਲ ਪਵਿੱਤਰ ਵਚਨ ਹੈ, Do you know the Bible, which is the holy word? ਅਗਰ ਤੁਸੀਂ ਇਹਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਰੱਖੋ If you keep it close to your chest, ਇਹ ਕੋਈ ਕੰਮ ਨਹੀਂ ਕਰੇਗਾ। it will not work. ਤੁਸੀਂ ਆਪਣੇ ਮੰਜੇ ਦੇ ਸਿਰਹਾਣੇ ਰੱਖੋ You keep it as a pillow on ਇਹ your ਕੋਈ cot, ਕੰਮ ਨਹੀਂ ਕਰੇਗਾ। it is not going to work. ਅਲਮਾਰੀ ਦੇ ਵਿੱਚ ਰੱਖੋ Keep it in your cupboard, ਇਹ ਕੋਈ ਕੰਮ ਨਹੀਂ ਕਰੇਗਾ। it will not work. ਜਦ ਤੱਕ ਇਹ ਵਚਨ ਤੁਹਾਡੇ ਦਿਲ ਵਿੱਚ ਨਹੀਂ ਜਾਂਦਾ ਇਹ ਕੋਈ ਕੰਮ ਨਹੀਂ ਕਰ ਸਕਦਾ। Till the time this word doesn't reach your heart, it will not going to work. ਮੈਂ ਜੇ ਤੁਹਾਨੂੰ ਇੱਥੇ ਐਗਜ਼ਾਮਪਲ ਦੇਵਾਂ ਥੋੜੀ ਖਤਰਨਾਕ ਉਦਾਹਰਣ ਹੈ ਪਰ ਦੱਸਣਾ ਚਾਹਾਂਗਾ। A dangerous example I want to tell you. ਅਗਰ ਤੁਸੀਂ ਬੰਦੂਕ ਦੀ ਗੋਲੀ ਆਪਣੀ ਜੇਬ ਵਿੱਚੋਂ ਕੱਢ ਕੇ ਕਿਸੇ ਦੇ ਮਾਰੋ ਉਹ ਕੀ ਕਰੇਗੀ? If you take out a bullet from your pocket and hit it, what is going to do? ਅਗਰ ਉਹ ਬੰਦੂਕ ਦੇ ਵਿੱਚ ਦੀ ਜਾਵੇ ਤਾਂ ਕੀ ਕਰ ਸਕਦੀ ਹੈ? If it goes to the barrel, then what it is going to do? ਪਰਮੇਸ਼ਰ ਦਾ ਵਚਨ ਇੰਨਾ ਸ਼ਕਤੀਸ਼ਾਲੀ ਹੈ ਅਗਰ ਉਹ ਤੁਹਾਡੇ ਵਿੱਚ ਵੀ ਹੋ ਕੇ ਚੱਲੇ ਤਾਂ ਉਹ ਪਹਾੜਾਂ ਨੂੰ ਚੀਰ ਕੇ ਰੱਖਣ ਦੀ ਤਾਕਤ Such a ਰੱਖਦਾ। mighty word is the word of God. If it goes through you, it can just shake the mountains. ਜੇ ਜੁਨਾ ਮੱਛੀ ਦੇ ਪੇਟ ਵਿੱਚੋਂ ਬਾਹਰ ਆ ਸਕਦਾ ਹੈ, If Jonah the prophet could come out of the belly of the fish, ਜੇ 3 ਦਿਨ ਦਾ ਮੁਰਦਾ ਲਾਜ਼ਰ ਕਬਰ ਚੋਂ ਬਾਹਰ ਆ ਸਕਦਾ ਹੈ, if a dead Lazarus can come out of the grave after 3 days, ਜੇ ਪਤਰਸ ਦੀ ਸੱਸ ਮੰਜੇ ਬੁਖਾਰ ਵਾਲੇ ਮੰਜੇ ਤੋਂ ਬਾਹਰ ਆ ਸਕਦੀ ਹੈ, if the mother-in-law of Peter can come out of the sickness bed, ਜੇ 9 ਵਿਧਵਾ ਦਾ ਬੱਚਾ ਮਰਿਆ ਜਿੰਦਾ ਹੋ ਸਕਦਾ ਹੈ, if that widow of Nain, her child could come back to life, ਫਿਰ ਤੁਸੀਂ ਕਿਉਂ ਨਹੀਂ ਆਪਣੀ ਮੁਸੀਬਤ ਵਿੱਚੋਂ ਬਾਹਰ ਆ ਸਕਦੇ? why you cannot come out of your trouble? ਅਗਰ ਲਾਜ਼ਰ ਜਿੰਦਾ ਹੋ ਸਕਦਾ ਹੈ, If Lazarus can come live, ਤੁਸੀਂ ਵੀ ਅੱਜ ਮੁਰਦਿਆਂ ਵਿੱਚੋਂ ਜ਼ਿੰਦਾ ਹੋ ਸਕਦੇ ਹੋ। you too can come out of that death. ਪਰਮੇਸ਼ਰ ਤੁਹਾਨੂੰ ਪਿਆਰ ਕਰ ਰਹੇ ਹਨ, And he's loving you, ਉਹ ਤੁਹਾਨੂੰ ਜ਼ਿੰਦਾ ਕਰਨਾ ਚਾਹੁੰਦੇ ਹਨ। wants to make you alive. देखिए क्या लिखा है, Let us see what it says. 103 उसका 3। 103 verse 3, ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ हाँ, ਖਿਮਾ ਕਰਦਾ ਹੈ। प्रेज द लॉर्ड। Hallelujah. विचार करेगा, Yes, let us ponder upon it. ਉਹ ਤੁਹਾਡੀਆਂ ਬੁਰਾਈਆਂ ਨੂੰ ਮਾਫ ਕਰਨ ਲਈ ਵਿਚਾਰ ਕਰੇਗਾ। Will he think that he should forgive you of all your trespasses? ਉਹ ਸੋਚੇਗਾ ਕਰਾਂ ਕਿ ਨਾ ਕਰਾਂ। Will he think that I should do or not? ਇਹ ਆਇਤ ਸਵਾਲ ਵੀ ਹੈ ਤੇ ਜਵਾਬ ਵੀ ਹੈ This verse is a question and an answer too. ਕਿ ਤੁਸੀਂ ਆਪਣੀਆਂ ਬੁਰਾਈਆਂ ਕਰਕੇ ਪਰਮੇਸ਼ਰ ਤੋਂ ਦੂਰ ਹੋ। Because of your sinful character, you are far from God. ਅਗਰ ਤੁਸੀਂ ਆਪਣੀਆਂ ਬੁਰਾਈਆਂ ਕਰਕੇ ਪਰਮੇਸ਼ਰ ਤੋਂ ਦੂਰ ਹੋ, If you are far from God because of your sin, ਇਸੇ ਲਈ ਤੁਸੀਂ ਪਰਮੇਸ਼ਰ ਦੀਆਂ ਬਰਕਤਾਂ ਤੋਂ ਦੂਰ ਹੋ। that is the reason you are far from the blessings of God. ਪਰਮੇਸ਼ਰ ਦੀਆਂ ਚੰਗਿਆਈਆਂ ਤੋਂ ਦੂਰ ਹੋ। Far from
the healings of God. ਉਹਦੀਆਂ ਬਰਕਤਾਂ ਤੇ ਆਸ਼ੀਸ਼ਾਂ ਤੋਂ ਦੂਰ ਹੋ। Far from the blessings and the healings of God. ਇਹਦੇ ਉਲਟ ਜੇ ਅਸੀਂ ਬਾਈਬਲ ਦੇ ਅੰਦਰ If ਵੇਖੀਏ, you see in the opposite say, ਪਰਮੇਸ਼ਵਰ ਨੇ ਇਨਸਾਨ ਨੂੰ ਬਰਕਤ ਦਿੱਤੀ ਹੈ, God has blessed man. ਪਰ ਅੱਜ ਇਨਸਾਨ ਬਿਨਾਂ ਬਰਕਤ ਤੋਂ ਕਿਉਂ ਹੈ? Why is man without blessing today? ਉਹਦਾ ਕਾਰਨ ਹੈ ਪਰਮੇਸ਼ਵਰ ਦੇ ਨਾਲ ਉਸਨੇ ਆਪਣਾ ਸੰਬੰਧ ਨਹੀਂ ਬਣਾਇਆ। The reason is he has not built up his relation with God. ਅੱਜ ਵੀ ਬਹੁਤ ਸਾਰੇ ਆ ਇੱਥੇ ਜਿਹੜੇ ਆਪਣਾ ਸੰਬੰਧ ਨਹੀਂ ਬਣਾਉਣਾ ਚਾਹੁੰਦੇ ਪ੍ਰਭੂ ਦੇ ਨਾਲ। There are many over here who do not want to bind a relation with the Lord. ਉਹ ਕਹਿੰਦੇ ਸਾਡੇ ਲਈ ਪ੍ਰੇਅਰ ਕਰੋ, ਅਸੀਂ ਠੀਕ ਹੋ ਜਾਈਏ। They only want that pray for us we be healed. ਅਸੀਂ ਠੀਕ ਹੋ ਕੇ ਫਿਰ ਸੰਸਾਰ ਵਿੱਚ ਜਾਈਏ ਤੇ ਆਪਣੀ ਮਨਮਰਜ਼ੀ ਕਰੀਏ। That after getting healed we will go into the world and we do our own will. ਪਰ ਪਰਮੇਸ਼ਰ ਚਾਹੁੰਦੇ ਨੇ ਤੁਹਾਡੇ ਅੰਦਰ ਪ੍ਰਭੂ ਦਾ ਵਚਨ ਆ ਜਾਵੇ। But the God wants that the word of God should come inside of you. ਵਚਨ ਤੁਹਾਡੇ ਅੰਦਰ ਪਰਮੇਸ਼ਵਰ ਦੇ ਫੇਥ ਨੂੰ, ਨੇਚਾ ਨੂੰ ਬਣਾਉਂਦਾ ਹੈ। And the word of God inside of you makes faith in you. ਇੱਕੋ ਹੀ ਕੰਮ ਤੁਸੀਂ ਕਰਨਾ ਹੈ, You've got to do only one thing. ਸਿਰਫ ਨੇਚਾ। Only faith. ਕੀ ਕਰਨਾ ਬਈ? What? ਨੇਚਾ। ਕੀ ਕਰਨਾ? ਕੀ ਕਰਨਾ? ਕੀ ਕਰਨਾ? ਮੈਂ ਬਾਈਬਲ ਦੇ ਵਿੱਚ ਇੱਕ ਤਸਵੀਰ ਨੂੰ ਦੇਖ ਰਿਹਾ ਸਾਂ। And I was looking into the picture in the Bible. ਉਹ ਮੇਰੀ ਬਹੁਤ ਮਨਪਸੰਦ ਦੀ ਤਸਵੀਰ ਆ। And it's my most likeness. ਮੈਂ ਬਹੁਤ ਵਾਰੀ ਬਾਈਬਲ ਖੋਲ ਕੇ ਉਹਦੇ ਵਿੱਚ ਤਸਵੀਰਾਂ ਨੂੰ ਦੇਖਦਾ ਹਾਂ। Many times I open the Bible and look the pictures in the Bible. ਉਹ ਤਸਵੀਰ ਕੀ ਹੈ? What is that picture? ਜਦੋਂ ਪਤਰਸ ਪ੍ਰਾਰਥਨਾ ਲਈ ਜਾ ਰਹੇ ਸਨ, When Peter was going to the temple for prayer, ਇੱਕ ਉਹ ਵਿਅਕਤੀ ਜਿਹੜਾ ਪੈਰਾਂ ਤੋਂ ਚੱਲ ਨਹੀਂ ਸਕਦਾ ਸੀ, ਭੀਖ ਮੰਗ ਰਿਹਾ ਸੀ। a man paralytic was begging over there. ਹੈਲੋ, ਬੋਲ ਵੀ ਸਕਦਾ ਹੈ, And he can ਦੇਖ ਵੀ ਸਕਦਾ ਹੈ, see, with, ਸੁਣ ਵੀ ਸਕਦਾ ਹੈ, he can hear, ਚੱਲ ਨਹੀਂ ਸਕਦਾ। he cannot walk. ਮੇਜ਼ਬਾਨ, Oh, master, ਪਲੀਜ਼। please. ਉਹਨੇ ਪਤਰਸ ਨੂੰ ਵੀ ਬੁਲਾਇਆ। He called unto Peter. ਪਤਰਸ ਜਾਂਦੇ ਨੇ ਕੀ ਕਿਹਾ? Oh, what did Peter say as he went? ਕਹਿੰਦਾ ਸੋਨਾ ਚਾਂਦੀ ਮੇਰੇ ਕੋਲ ਹੈ ਨਹੀਂ। We do not have gold or silver. ਤੇ ਉਹਨੇ ਮਨ ਚ ਸੋਚਿਆ ਹੋਣਾ ਵੀ ਜੇ ਤੇਰੇ ਕੋਲ ਕੁਛ ਹੈ ਨਹੀਂ ਫਿਰ ਤੇ ਤੂੰ ਮੇਰੇ ਵਰਗਾ ਹੀ ਆ। And then he might have thought in his mind, if it doesn't belong to you, what? ਅਗਰ ਤੁਹਾਨੂੰ ਭਿਖਾਰੀ ਬਾਜ ਮਾਰੇ ਵੀ ਮੇਜ਼ਬਾਨ, ਸਰਦਾਰ ਜੀ, ਬਾਬੂ ਜੀ, ਮੈਡਮ ਜੀ, ਬੀਬੀ ਜੀ, ਦਿਓ ਕੁਛ ਮੈਨੂੰ। If a beggar asks you, sir, ma'am, sir, give me something, ਤੇ ਤੁਸੀਂ ਉਹਨੂੰ ਕਹੋ ਵੀ ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ, and if you say, I do not have anything, ਉਹਨੇ ਕੀ ਸੋਚਣਾ ਫਿਰ? what will be his thought be? ਵੀ ਮੇਰੇ ਵਰਗਾ ਹੀ ਆ। Oh, you are like me. ਜਦੋਂ ਪਤਰਸ ਨੇ ਗੱਲ ਕਹੀ, But when Peter spoke, ਬਾਈਬਲ ਦੱਸਦੇ ਉਹ ਕੁਛ ਲੱਭ ਰਿਹਾ ਸੀ ਪਤਰਸ ਦੇ ਕੋਲ। and Bible says he was trying to find something from Peter. ਲੱਭ ਰਿਹਾ ਸੀ ਪਤਰਸ ਦੇ ਕੋਲ। Trying to find. ਜਦੋਂ ਤੁਸੀਂ ਇੱਥੇ ਪ੍ਰਭੂ ਦੀ ਹਜ਼ੂਰੀ ਵਿੱਚ ਬਹਿੰਦੇ ਆ, When you sit in the presence of the Lord, ਅੱਖਾਂ ਨਾਲ, ਕੰਨਾਂ ਨਾਲ, ਦਿਲ ਨਾਲ, ਹੱਥਾਂ ਨਾਲ ਕੁਛ ਲੱਭਿਆ ਕਰੋ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚੋਂ। try to find the presence of God with your eyes, ears, and with your mouth, with your hands. ਕੁਛ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰੋ ਹਰ ਵਕਤ ਜਦੋਂ ਤੁਸੀਂ ਇੱਥੇ ਬਹਿੰਦੇ ਆ। Have an urge to receive something when you sit over here. ਪਰ ਕਹਿੰਦਾ ਜੋ ਮੇਰੇ ਕੋਲ ਆ ਉਹ ਮੈਂ ਤੈਨੂੰ ਦਿੰਨਾ। But he says, whatsoever I have, I give unto you. ਕਹਿੰਦਾ ਜੋ ਤੇਰੇ ਕੋਲ ਹੈ। Oh, what you have? ਉਹਨੂੰ ਪਤਾ ਹੀ ਨਹੀਂ ਸੀ ਵੀ ਸੋਨਾ, ਚਾਂਦੀ, ਪੈਸਾ, ਕੱਪੜਾ, ਲੀੜੇ ਤੋਂ ਬਿਨਾ ਵੀ ਕੁਝ ਹੁੰਦਾ ਆ। He didn't knew there is something apart from the gold, the silver, the clothes and coins. ਉਹਨੇ ਪਤਰਸ ਨੂੰ ਇਸ ਕਰਕੇ ਆਵਾਜ਼ ਨਹੀਂ ਸੀ ਮਾਰੀ ਵੀ ਮੇਰੇ ਲਈ ਪ੍ਰਾਰਥਨਾ ਕਰ ਦਿਓ। He did not call Peter that Peter should pray for him. ਉਹਨੇ ਕਿਹਾ ਵੀ ਵਾਵਾ ਵਧੀਆ ਬੰਦਾ ਹੈ, ਲੰਮਾ ਚੌੜਾ ਪਾਇਆ, ਮੇਜ਼ਬਾਨ ਹੈਗਾ, ਮੰਗ ਲੈਨੇ ਆ ਤੋਂ ਕੁਝ। And he saw a nice man, nice built and good clothes. I should ask him. ਬਹੁਤੇ ਵਿਸ਼ਵਾਸੀਆਂ ਨੂੰ ਪਤਾ ਨਹੀਂ ਪਰਮੇਸ਼ਵਰ ਦੇ ਕੋਲ ਕਿਹੜੇ ਕਿਹੜੇ ਭੰਡਾਰ ਆ। And many believers do not know what kind of riches God has. ਕਈ ਵਾਰੀ ਬਹੁਤ
ਛੋਟੀਆਂ ਚੀਜ਼ਾਂ ਅਸੀਂ ਮੰਗਦੇ ਰਹਿੰਦੇ ਪ੍ਰਭੂ ਦੇ ਕੋਲੋਂ। Oh, we sometimes ask very minute sort of things from God. ਇੱਕ ਵਿਅਕਤੀ ਮੈਨੂੰ ਮਿਲਿਆ, A man met me. ਕਹਿੰਦਾ ਪਾਸਟਰ ਜੀ ਬੜੇ ਹਫ਼ਤੇ ਹੋ ਗਏ ਮਿਲ ਨਹੀਂ ਹੋਇਆ ਸੀ। Oh, pastor, many weeks passed by, I could not meet you. ਮੈਂ ਕਿਹਾ ਦੱਸੋ ਕਹਿਣਾ ਕੀ ਹੈ? Come on, tell me what you want to ਕਹਿੰਦਾ ਇੱਕ say. ਪ੍ਰਾਰਥਨਾ ਕਰ ਦਿਓ। Pray. ਮੈਂ ਕਿਹਾ ਕੀ? What? ਕਹਿੰਦਾ ਇੱਕ 5 ਮਰਲੇ ਦਾ ਪਲਾਟ ਲੈਣਾ। A plot of 5 marlas. ਉਹ ਮੈਂ ਕਿਹਾ ਏਡੇ ਵੱਡੇ ਰੱਬ ਤੋਂ 5 ਹੀ ਮਰਲੇ ਮੰਗਣੇ ਤਾਂ From such a God, you got to ask only 5 ਜੇ marlas. ਮੰਗਣੇ ਆ ਤਾਂ ਫਿਰ ਜ਼ਿਆਦਾ ਮੰਗ ਲੈ। If you want to ask more. ਕਈ ਵਾਰੀ ਸਾਨੂੰ ਅਸੀਂ ਆਪਣੇ ਹਿਸਾਬ ਨਾਲ ਪਰਮੇਸ਼ਵਰ ਨੂੰ ਵੱਡਾ ਛੋਟਾ ਦੇਖਦੇ ਹਾਂ। Or sometimes as per we think, we see the Lord as per ਅਸੀਂ that. ਆਪਣੇ ਹਿਸਾਬ ਨਾਲ ਹੱਦ ਰੱਖ ਲੈਂਦੇ ਆ। We keep the hand as we think so. ਉਹ ਭਲਿਓ ਜੇ ਮੰਗਣਾ ਹੀ ਆ ਤੇ ਮੰਗਣਾ ਵੀ ਪਰਮੇਸ਼ਵਰ ਦੇ ਕੋਲੋਂ ਆ, ਫਿਰ ਇੱਕ ਵਾਰੀ ਮੰਗ ਲਓ ਜਿਹੜੀ ਚੀਜ਼ ਮੰਗਣੀ ਆ। Good people, if you want to ask, you are asking God. ਪਰ ਇਹਦੇ ਲਈ ਵੀ ਤੁਹਾਡੇ ਅੰਦਰ ਵਿਸ਼ਵਾਸ ਚਾਹੀਦਾ ਹੈ। ਹਾਲੇਲੂਇਆ। For asking this, you got to have faith in you. ਕਿਉਂਕਿ ਉਹ ਆਤਮਿਕ ਤਰੀਕੇ ਨਾਲ ਨਹੀਂ ਮੰਗ ਰਿਹਾ ਹੈ, He's not asking it in a spiritual way. ਸੰਸਾਰਿਕ ਤਰੀਕੇ ਨਾਲ ਮੰਗ ਰਿਹਾ। He is asking in a natural way. ਸੰਸਾਰਿਕ ਤਰੀਕੇ ਨਾਲ ਠੀਕ ਹੈ, Worldly way, okay. ਬਹੁਤ ਵਧੀਆ ਉਹਦੀ ਸਮਝ ਦੇ ਹਿਸਾਬ ਨਾਲ। As per his thoughts, it's good. ਬਈ ਹੁਣ 3 ਤਾਂ ਜਾਣੇ ਆ, 5 ਮਰਲੇ ਬਹੁਤ ਆ। 3 people and 5 marlas, it's fine. ਜੇ ਮਰਲੇ ਵਿੱਚ ਵੀ ਲੇਟੇ ਮਾਰਨ 2 ਫੇ ਬਚ ਜਾਣੇ ਆ। And then 2 are left if they just lie down and 3 1. ਉਹ ਆਪਣੇ ਹਿਸਾਬ ਨਾਲ ਬਹੁਤ ਸਹੀ ਆ। He's right as per his thoughts. ਏਦਾਂ ਹੀ ਜਿਹੜਾ ਮੰਗਣ ਵਾਲਾ ਸੀ ਉਹ ਪਤਰਸ ਦੇ ਕੋਲੋਂ ਮੰਗ ਕੀ ਰਿਹਾ ਹੈ। See, the one who was asking, what is asking? ਜਿਹੜੀ from- ਚੀਜ਼ ਬਾਰੇ ਉਹਨੂੰ ਪਤਾ ਹੀ ਨਹੀਂ ਉਹ ਕਿੱਦਾਂ ਮੰਗ ਸਕਦਾ The ਹੈ। thing he didn't knew, how can he ask? ਅੱਜ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ I ਹਾਂ, want to say, ਜਿਹੜੀ ਚੀਜ਼ ਬਾਰੇ ਤੁਹਾਨੂੰ ਪਤਾ ਹੀ ਨਹੀਂ ਕਿੱਦਾਂ ਮੰਗੋਗੇ। how can you ask for the things you do not know about? ਬਾਈਬਲ ਦੇ ਅੰਦਰ ਮੈਂ ਇਸ ਤਰ੍ਹਾਂ ਵੀ ਦੇਖਿਆ ਹੈ, And this is how I looked into the Bible. ਕਹਿੰਦਾ ਮੈਂ ਤੁਹਾਨੂੰ ਹਨੇਰੇ ਦੇ ਪਦਾਰਥ ਦੇਵਾਂਗਾ He says, I will give you the riches that are of the ਜਾਂ darkness, ਛੁਪੇ ਹੋਏ ਪਦਾਰਥ ਦੇਵਾਂਗਾ। the riches of the hidings. ਹੁਣ ਉਹ ਕਿਹੜੇ ਹੁੰਦੇ ਆ? What are these riches? ਹੁਣ ਭਿਖਾਰੀ ਨੂੰ ਪਤਾ ਨਹੀਂ ਪਤਰਸ ਕੀ ਕਹੀ ਜਾ ਰਿਹਾ। And this beggar doesn't know what is Peter saying. ਏਦਾਂ ਸਮਝ ਲਓ ਉਹ ਹੁਣ ਹੋਰ ਧਰਤੀ ਦਾ ਬੰਦਾ, ਉਹ ਹੋਰ ਧਰਤੀ ਦਾ ਬੰਦਾ। Assume he is from the other realm and he's from other realm. ਉਹਨਾਂ ਦੀ ਗੱਲ ਮੈਚ ਨਹੀਂ ਕਰ ਰਹੀ ਇੱਥੇ। And now they're not coming equal in terms. ਉਹ ਹੇਠਲੀ ਸੰਸਾਰਕ ਗੱਲ ਕਰ ਰਿਹਾ ਹੈ He's talking the worldly talks. ਤੇ ਪਤਰਸ ਆਤਮਿਕ ਗੱਲ ਕਰ ਰਿਹਾ ਹੈ। And Peter is asked and speaking ਉਹ spiritual. ਕਹਿੰਦਾ ਇਹ ਚੀਜ਼ਾਂ ਮੇਰੇ ਕੋਲ ਹੈ ਨਹੀਂ, ਜੋ ਮੇਰੇ ਕੋਲ ਹੈਗਾ ਮੈਂ ਤੈਨੂੰ ਉਹ ਦਿੰਨਾ। And now he says, this I do not have, but what I have I give it unto you. ਕਹਿੰਦਾ ਨਾਲੇ ਕਹਿੰਦਾ ਹੈ ਨਹੀਂ, ਨਾਲੇ ਕਹਿੰਦਾ ਦਿੰਨਾ। He says, he doesn't ਕਹਾਣੀ ਕੀ ਹੈ? What is the story? ਨਾਲੇ ਕਹਿੰਦਾ ਕੁਛ ਹੈ ਨਹੀਂ ਮੇਰੇ ਕੋਲ, I do not have anything. ਹੁਣ ਕਹਿੰਦਾ ਜੋ ਮੇਰੇ ਕੋਲ ਹੈ ਤੈਨੂੰ ਉਹ ਦਿੰਨਾ। Now he's saying, whatsoever I have, I give it to you. ਜਿਹੜਾ ਧਿਆਇਆ ਆ ਉਹ ਮੇਰੇ ਕੋਲੋਂ ਪੀਵੇ ਤਾਂ ਕਿ ਮੁੜ ਕੇ ਪਿਆਸਾ ਨਾ ਹੋਵੇ। ਹਾਲੇਲੂਇਆ। One who is ਕਿੰਨੇ thirsty. ਜਣਿਆਂ ਨੂੰ ਸਮਝ ਆ ਰਹੀ ਹੈ ਵੀ ਗੱਲ ਕੀ ਹੋ ਰਹੀ ਹੈ? Yes. ਪ੍ਰੇਜ਼ ਦ ਲਾਰਡ। ਹਾਲੇਲੂਇਆ। Hallelujah. ਉਹਨੇ ਕਿਹਾ ਵੀ ਚੱਲ ਠੀਕ ਆ, ਜੇ ਤੇਰੇ ਕੋ ਹੈ ਨਹੀਂ, ਜੋ ਹੈਗਾ ਉਹ ਹੀ ਦੇ ਦੇ। He said, okay, fine. If you do not have this, then whatsoever you have, give. ਬੰਦਾ ਤਿਆਰ ਹੋ ਗਿਆ। And the man was ready. ਮੰਨ ਲਓ ਫ੍ਰੀ ਦੇ ਵਿੱਚ ਕੋਈ ਕਵੇ ਵੀ ਮੈਂ ਤੈਨੂੰ ਉਹ ਤਾਂ ਹੈ ਨਹੀਂ ਆ ਦੇ ਦਿੰਦਾ, And if someone say, freely I give you this thing, I do not have that, but I give you ਉਹਨੇ this. ਡੀਲ ਕਰ ਲਈ ਮਿੰਟ ਦੀ, ਕਹਿੰਦਾ ਦੇ ਦਿਓ। And he said, made a deal, come on, give it to me. ਤੇ ਕਹਿੰਦਾ ਪਤਰਸ ਨੇ ਬੜੇ ਧਿਆਨ ਦੇ ਨਾਲ ਉਹਦੇ ਵੱਲ ਵੇਖਿਆ। Peter looked to him with attention. ਜਦ ਤੱਕ ਕੋਈ ਧਿਆਨ ਦੇ ਨਾਲ ਨਹੀਂ ਵੇਖਦਾ ਉਹਨਾਂ ਦੇ ਕਨੈਕਸ਼ਨ ਨਹੀਂ ਜੁੜਦਾ। Till the time someone doesn't watches you with attention, no ਹੁਣ connection. ਜਿਹੜਾ ਭਿਖਾਰੀ ਹੈ ਉਹ ਲੱਤਾਂ ਤੋਂ ਅਪਾਹਜ ਹੈ, ਉਹਨੇ ਵੀ ਬੜੇ ਧਿਆਨ ਦੇ ਨਾਲ ਪਤਰਸ ਦੇ ਵੱਲ ਵੇਖਿਆ। And this beggar who is paralytic from his legs is looking to Peter with attention. ਬਸ ਜਿੱਥੇ ਧਿਆਨ ਜੁੜ ਗਿਆ ਉੱਥੇ ਬੱਲੇ ਬੱਲੇ ਹੋ ਗਈ। Where the attention is met, then there is fine. ਧਿਆਨ ਹੀ ਤਾਂ ਨਹੀਂ ਜੁੜਦਾ, Oh, you are unable to. ਧਿਆਨ ਹੀ ਤਾਂ ਜੋੜਨਾ ਹੈ। What you got to do is to pay attention. ਉੱਥੇ ਧਿਆਨ ਜੁੜ ਗਿਆ। ਬੋਲੋ ਉੱਥੇ ਧਿਆਨ
जुड़ गया जिथे ध्यान जुड़ गया उथे मिरेकल होएगा प्रभु यीशु दे नाम में Wherever the connection is made, the miracle shall come to pass. जोर दी चला के बोलिए हालेलुया परमेश्वर दा वचन की कह रहा है What the word of God is saying. तुसा मुफ्त लिया तुसी मुफ्त दियो Freely you have received, freely you give. पर ਇਹਦੇ ਪਿੱਛੇ ਇੱਕ ਬਹੁਤ ਵੱਡਾ ਭੇਤ ਛੁਪਿਆ ਹੋਇਆ ਹੈ A mystery is hidden in behind this. ਇੱਕ ਉਹ ਜਿਹੜਾ ਬੇਕਸੂਰ ਸੀ ਜਿਹੜਾ ਗੁਨਾਹ ਨੂੰ ਜਾਣਦਾ ਨਹੀਂ ਸੀ A one who was sinless and knew no sin, ਜਿਹਨੇ ਤੁਹਾਡੇ ਤੇ ਮੇਰੇ ਲਈ ਕ੍ਰਾਸ ਦੇ ਉੱਪਰ ਜਾਨ ਦੇ ਦਿੱਤੀ who for you and for me gave up his life on the cross. ਉਹਦੀ ਜਾਨ ਦਾ ਮੁੱਲ ਕੋਈ ਨਹੀਂ ਹੈ Oh, doesn't his life have any price? ਤੁਹਾਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਣ ਦੀ ਆਗਿਆ ਦਿੱਤੀ ਗਈ You are commanded to go into the presence of God. ਪ੍ਰੇਅਰ ਕਰਨ ਦੀ ਆਗਿਆ ਦਿੱਤੀ ਗਈ You are commanded to pray. ਮਿਰਕਲਸ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਗਈ Given permission to receive miracles. ਤੁਹਾਨੂੰ ਪਰਮੇਸ਼ਵਰ ਨੇ ਆਪਣੀ ਕਿੰਗਡਮ ਦੇ ਲਈ ਬੁਲਾ ਲਿਆ ਹੈ And God has reconciled you for his own kingdom. ਉਹਨੇ ਬੜੇ ਧਿਆਨ ਦੇ ਨਾਲ ਵੇਖਿਆ With attention he looked ਉਹਨੇ ਆਪਣਾ ਹੱਥ ਲੰਬਾ ਕੀਤਾ and he just extended his hand. ਹੈਂਡ ਸ਼ੇਕ ਕਰ ਰਿਹਾ ਹੈ Now shaking hand. ਦੇਖੋ ਕਿੱਡੀ ਵੱਡੀ ਗੱਲ ਹੈ Oh, what a mighty thing it ਇੱਕ is. ਸੰਸਾਰਿਕ ਖਜ਼ਾਨੇ ਦੇ ਨਾਲ ਲੱਦਿਆ ਹੋਇਆ ਬੰਦਾ ਇੱਕ ਭਿਖਾਰੀ ਦੇ ਨਾਲ ਕਦੇ ਹੱਥ ਨਹੀਂ ਮਿਲਾਉਂਦਾ A man full of the riches of the world will never shake a beggar. ਉਹ ਕਹਿੰਦਾ ਮੇਰੇ ਨਾਲ ਹੱਥ ਮਿਲਾਉਣ ਲਈ ਮੇਰੇ ਬਰਾਬਰ ਦਾ ਚਾਹੀਦਾ And he wants that the one who should shake hands with me should be of equal. ਪਰ ਇਹ ਪਰਮੇਸ਼ਰ ਦਾ ਪ੍ਰੇਮ ਦੇਖੋ ਕਿਹਦਾ ਹੈ See the love of the Lord. ਇੱਕ ਮੰਗਤੇ ਦੇ ਨਾਲ ਪਰਮੇਸ਼ਰ ਦਾ ਆਦਮੀ ਹੈਂਡ ਸ਼ੇਕ ਕਰ ਰਿਹਾ ਹੈ With a beggar, the man of God is shaking his hands with. ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਯਿਸੂ ਦਾ ਪਿਆਰ The greatest example of the world is the love of Christ Jesus. ਦੁਨੀਆ ਭਰ ਦੀ ਐਗਜ਼ਾਮਪਲ ਮੈਂ ਫਿਰ ਕਹਿ ਰਿਹਾ ਯਿਸੂ ਮਸੀਹ ਦਾ ਪਿਆਰ The example of the world is the love of Christ Jesus. ਜਿਹੜਾ ਇੱਕ ਪ੍ਰੀਸਟ ਹੈ Oh, he's a priest. ਲੋਕ ਉਹਦੇ ਕਦਮਾਂ ਦੇ ਵਿੱਚ ਆ ਕੇ ਆਪਣੀਆਂ ਚੀਜ਼ਾਂ ਰੱਖਦੇ ਹਨ People bring their things and put it under his feet. ਪਰਮੇਸ਼ਰ ਦੀ ਮਨਾਦੀ ਕਰ ਰਿਹਾ ਹੈ And he's just proclaiming ਲੋਕਾਂ ਨੂੰ God, ਚੰਗੇ ਕਰ ਰਿਹਾ ਹੈ healing people. 3,000 ਬੰਦਾ ਉਹਦੇ ਪ੍ਰਚਾਰ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ 3,000 people stirred by his preaching, ਆਪਣਾ ਜੀਵਨ ਦੇ ਰਿਹਾ ਹੈ giving their lives. 5,000 7,000 ਬੰਦਾ ਉਹਨੂੰ ਸੁਣਨ ਆ ਰਿਹਾ ਹੈ 7,000 people coming to listen. ਅੱਜ ਉਹ ਕੀ ਕਰ ਰਿਹਾ ਹੈ What is he doing today? ਬਾਜ਼ਾਰ ਦੇ ਅੰਦਰ ਰਸ਼ ਹੈ ਔਰ ਰੋਡ ਤੇ ਲੋਕ ਆ ਰਹੇ ਆ ਜਾ ਰਹੇ ਆ Such a rush in Punjab and people coming and going. ਇੱਕ ਭਿਖਾਰੀ ਦੇ ਨਾਲ ਹੱਥ ਮਿਲਾ ਰਿਹਾ ਹੈ Shaking hand with a beggar. ਇਹ ਛੋਟੀ ਗੱਲ ਨਹੀਂ Not ਹੈ a small make ਇਹ ਬਹੁਤ ਵੱਡੀ ਗੱਲ It's ਹੈ a great thing. ਉਹਦੇ ਕੋਲ ਸਵਰਗੀ ਖਜ਼ਾਨੇ ਆ He has riches of the heaven. ਉਹ ਯਿਸੂ ਮਸੀਹ ਦੇ ਨਾਲ ਰਹਿਣ ਵਾਲਾ ਤੇ ਗੱਲਾਂ ਕਰਨ ਵਾਲਾ ਵਿਅਕਤੀ He's a man who stays with Jesus, speaks with Jesus. ਗੱਲ ਕੀ ਹੋਈ ਹੈ What is the matter? ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ Oh, ਖਿਮਾ he forgives. ਕਰਦਾ ਹੈ He forgives you of all your iniquities. ਕੀ ਕਹਿੰਦਾ ਹੈ ਬਈ ਉਹ ਬੋਲੋ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ ਬੋਲੋ ਬਈ ਐਦਾਂ ਨਹੀਂ ਐਨ ਵਧੀਆ ਮਜ਼ੇ ਨਾਲ ਜਿੱਦਾਂ ਸਵਾਦ ਵਾਲੀ ਗੱਲ ਹੋਵੇ ਹਾਂ ਜੂਸ ਪੀ ਕੇ ਜਿੱਦਾਂ ਨਾ ਤੁਸੀਂ ਮੂੰਹ 'ਚ ਜੀਵ ਘਵਾਣੇ ਹੁੰਦੇ ਆ ਵਾਹ ਬਈ ਵਾਹ ਮਿੱਠਾ ਠੰਡਾ ਮਜ਼ਾ ਆ ਗਿਆ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ ਆਮੀਨ Amen. ਕਹਿੰਦਾ ਕਰਦਾ ਆ ਉਹ ਤਿਆਰ ਬੈਠਾ Oh, he's ready. He does it. ਬਸ ਤੁਸੀਂ ਉਹਦੇ ਸੇਵਕ ਨੂੰ ਬੁਲਾਓ ਕਿਸੇ ਨੂੰ Call his servant. ਤੁਸੀਂ ਉਹਦੇ ਸੇਵਕ ਨੂੰ ਕਹੋ ਜੀ ਮੈਨੂੰ ਕੁਝ ਦਿਓ Oh, tell his servant, give me something. ਫਿਰ ਦੇਖੋ ਕੀ ਬਣਦਾ See then what happens.
ਉਹਨੇ ਹੱਥ ਮਿਲਾਇਆ, shake the hand. ਉਹਨੇ ਕਿਹਾ ਜੋ ਮੇਰੇ, ਮੈਂ ਗੱਲ ਸਮਝਾਉਣੀ ਆ ਅਸਲ 'ਚ, ਮੈਂ ਟਾਈਮ ਪਾਸ ਨਹੀਂ ਕਰ ਰਿਹਾ, I'm not passing time. I want to make you understand this. ਇਸ ਕਰਕੇ ਕਈ ਗੱਲਾਂ ਰਿਪੀਟ ਕਰ ਰਿਹਾ ਮੈਂ, That's why I'm repeating repeatedly. ਤੁਸੀਂ ਇਸ ਨੂੰ ਧਿਆਨ ਦੇ ਨਾਲ ਫੜਨਾ ਹੈ, You got to catch hold. ਕਿਉਂਕਿ ਵਚਨ ਹੀ ਤੁਹਾਨੂੰ ਅੱਜ ਤੁਹਾਡੀ ਆਸ਼ੀਸ਼ ਤੱਕ ਲੈ ਕੇ ਜਾਏਗਾ। This word is going to take you to your blessing. ਧਿਆਨ ਨਾਲ ਵੇਖਿਆ, Oh, looked with attention. ਕਿੱਦਾਂ ਦੇਖਿਆ? How? ਕਈ ਵਾਰੀ ਤੁਸੀਂ ਬੇਧਿਆਨੇ ਹੋ ਕੇ ਵੀ ਆਉਨੇ ਨਾ ਇੱਥੇ, Something just in a sleep mode you come. ਜੇ ਮੈਂ ਤੁਹਾਨੂੰ ਇਹ ਪੁੱਛਾਂ ਵੀ ਅੱਜ ਜਦੋਂ ਵਰਸ਼ਿਪ ਹੋਈ ਹੈ ਸਭ ਤੋਂ ਪਹਿਲਾ ਸ਼ਬਦ ਕੀ ਗਾਇਆ ਸੀ, ਕਿੰਨੇ ਜਣਿਆਂ ਨੂੰ ਪਤਾ? What was the worship song sung first? ਵਾਹ, ਇਹ ਤਾਂ ਉਸੇ ਹੀ ਜਗ੍ਹਾ ਤੇ, ਉਸੇ ਹੀ ਕੁਰਸੀ ਤੇ, ਉਸੇ ਹੀ ਦਿਨ, ਉਸੇ ਹੀ ਤਰੀਕ, ਉਸੇ ਹੀ ਘੜੀ ਭੁੱਲ ਗਿਆ। You just forgot on that same day, same time, same moment, same day. ਮੈਂ ਝੂਠ ਨਹੀਂ ਬੋਲ ਰਿਹਾ, I'm not lying. ਸਹੀ ਹੈ। I'm right. ਬੇਧਿਆਨੇ ਹੋ ਕੇ ਪਰਮੇਸ਼ਵਰ ਦੀ ਆਰਾਧਨਾ ਕਰਨ ਵਾਲੇ ਆ ਆਪਾਂ। We are the people who worship unconscious. ਆ ਪ੍ਰਚਾਰ ਸੁਣਨ ਤੋਂ ਬਾਅਦ, ਕਰਨ ਤੋਂ ਬਾਅਦ ਉੱਥੇ ਤੁਸੀਂ ਚਾਹ ਪੀਣੀ ਆ, ਰੋਟੀਆਂ ਖਾਣੀਆਂ, ਇਹ ਵੀ ਭੁੱਲ ਜਾਣਾ। You will forget after drinking tea and eating food after this preaching. ਬੇਧਿਆਨੇ ਹੋ ਕੇ, ਬੇਸੁੱਧ ਹੋ ਗਏ। Oh, in sleep mode and unconscious mind. ਸੁਰਤ ਸੰਭਾਲੋ, Come on, wake up. ਸੁਰਤ ਸੰਭਾਲੋ, ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹੁੰਦਾ ਹੈ, Be alert, fool. Someone wants to speak with you. ਇੰਪੋਰਟੈਂਟ ਵਾਰਤਾਲਾਪ ਕਰਨੀ ਚਾਹੁੰਦਾ ਹੈ। It is an important confession. ਪਰ ਜੇ ਤੁਸੀਂ ਬੇਧਿਆਨੇ, ਅਗਲਾ ਕਹਿੰਦਾ ਜਾ ਉਹਨੂੰ ਨਹਾ ਨੂੰ ਲੈਣ ਦੋ, ਮੂੰਹ ਵੱਲ ਧੋ ਲੈਣ ਦੋ, ਫੇਰ ਗੱਲ ਕਰਦੇ ਆ। But if you are in unconscious way, then you can say that let him wash his face. ਤੁਸੀਂ ਆਪ ਬੇਧਿਆਨੇ ਆ ਤੇ ਦੂਜਿਆਂ 'ਚ ਨੁਕਸ ਕੱਢਦੇ ਆ। You find fault with us and you are yourself unconscious. ਤੁਸੀਂ ਤਾਂ ਆਰਾਧਨਾ ਕਰ ਰਹੇ ਸੀ, ਮੈਂ ਦੇਖਿਆ। You were worshipping. ਚਲੋ ਇਹ ਦੱਸੋ ਕਿ ਅੱਜ ਦੀ ਆਰਾਧਨਾ 'ਚ ਆਖਰੀ ਸ਼ਬਦ ਕੀ ਗਾਇਆ? What was the last hymn sung in today's worship? ਹੱਥ ਖੜਾ ਕਰੋ ਜਿਨ੍ਹਾਂ ਨੂੰ ਪਤਾ। Raise up your hand. ਆਖਰੀ ਸ਼ਬਦ ਕੀ ਗਾਇਆ? What was the last? क्या बात है। ਆਪਾਂ ਪ੍ਰਭੂ ਦੀ ਆਰਾਧਨਾ ਕਰਨ ਆਏ। ਕੀ ਕਰਨਾ ਆਇਆ? Worshiping. ਆਪਾਂ ਨੂੰ ਪਤਾ ਹੀ ਨਹੀਂ ਆਰਾਧਨਾ ਕਾਹਦੇ ਨਾਲ ਕੀਤੀ ਆ, ਕਿਹੜੀ ਆਰਾਧਨਾ ਕੀਤੀ ਆ। What worship we did? ਜਿਹਨੇ ਬਰਕਤ ਲੈਣੀ ਹੈ ਉਹ ਐਸ ਕੈਟਾਗਰੀ ਤੋਂ ਬਾਹਰ ਹੋਣਾ ਚਾਹੀਦਾ। The one who wants to be blessed, he should come out of this unconscious category. ਉਹਨਾਂ ਨੂੰ ਪਤਾ ਹੋਣਾ ਚਾਹੀਦਾ ਅੱਜ ਆਪਾਂ ਕਿਹੜੇ ਸ਼ਬਦਾਂ ਨਾਲ ਆਰਾਧਨਾ ਕੀਤੀ। They should know what was you worship the Lord. ਆਪਾਂ ਕਹਿੰਦੇ ਸਾਨੂੰ ਬਰਕਤ ਨਹੀਂ ਮਿਲਦੀ, We say we are not ਸਾਨੂੰ blessed. ਆਸ਼ੀਸ਼ ਨਹੀਂ ਮਿਲਦੀ, We are not getting blessed. ਆਪਾਂ ਠੀਕ ਨਹੀਂ ਹੁੰਦੇ। We are not getting healed. ਜਦ ਤੁਸੀਂ ਦਵਾਈ ਨਹੀਂ ਖਾਣੀ, When you do not eat medicine, ਪਰਹੇਜ਼ ਨਹੀਂ ਕਰਨਾ, you're not getting something. ਠੀਕ ਕਰਨਾ ਹੋਣਾ, How you gonna get healed? ਉਹ ਹਾਜ਼ਰ ਹੋ ਕੇ ਵੀ ਤੁਸੀਂ ਗੈਰ ਹਾਜ਼ਰ ਹੋ। ਅੱਜ Being present, yet you are absent. ਹਾਜ਼ਰ ਹੋਣਾ ਪੈਣਾ। You got to be present. ਕੀ ਹੋਣਾ ਪੈਣਾ ਬਾਈ? ਕਿਹਨੂੰ? ਦੇਖ ਲਓ, ਸੁਣੋ ਅਗਲੀ ਗੱਲ ਤੁਸੀਂ। Now listen next. ਉਹ ਹੱਥ ਮਿਲਾ ਰਹੇ ਸੀ ਦੋ ਬੰਦੇ। ਕੌਣ ਕੌਣ ਭਲਾ? ਕੌਣ ਕੌਣ? ਭਾਈ ਪਤਰਸ ਜੀ ਤੇ ਭਿਖਾਰੀ। ਕੀ ਕਰ ਰਹੇ ਆ? ਤੇ ਹੁਣ ਦੋਨਾਂ ਦਾ ਧਿਆਨ ਇੱਕ ਦੂਜੇ ਵੱਲ ਆ, ਕਿਉਂਕਿ ਜਿਹੜਾ ਬੈਠਾ ਹੈ ਭਿਖਾਰੀ ਹੈ ਉਹ ਉੱਠ ਨਹੀਂ ਸਕਦਾ। ਉਹਨੂੰ ਚੱਕ ਕੇ ਲਿਆਉਂਦੇ ਆ, ਰੱਖ ਜਾਂਦੇ, ਚੱਕ ਕੇ ਲੈ ਜਾਂਦੇ। ਤੇ ਹੁਣ ਉਹਦਾ ਪੂਰਾ ਧਿਆਨ ਕਿਹਦੇ ਵੱਲ ਆ? ਭਾਈ ਪਤਰਸ ਜੀ ਵੱਲ ਆ, ਕਿਉਂਕਿ ਪਤਰਸ ਨੇ ਕੀ ਕਿਹਾ ਸੀ? ਜੋ ਮੇਰੇ ਕੋਲ ਹੈਗਾ ਮੈਂ ਤੈਨੂੰ, I give you what I have. ਬੋਲੋ, ਜੋ ਮੇਰੇ ਕੋਲ ਹੈਗਾ ਮੈਂ ਤੈਨੂੰ, I gave it to you. ਪਰ ਉਹਦਾ ਧਿਆਨ ਪੂਰਾ ਪਤਰਸ ਜੀ ਵੱਲ ਆ। He's fully looking to Peter. ਉਹਨੇ ਇਹ ਨਹੀਂ ਕਿਹਾ
ਮੈਂ ਮੜ ਜਾ ਪਰੇ ਹੋਇਓ ਮੇਜ਼ਬਾਨ ਜੀ ਉਹ ਲੰਘ ਰਹੇ ਕੁਝ ਬੰਦੇ ਮੈਨੂੰ ਕੁਝ ਮੰਗ ਲੈਣ ਦਿਓ He did not say, oh, you just step aside. They are passing by. ਪੂਰਾ ਟਾਈਮ ਉਹਨੇ ਪਰਮੇਸ਼ਵਰ ਦੇ ਬੰਦੇ ਨਾਲ ਸਪੈਂਡ ਕੀਤਾ He spent all his time with the man of God. ਤੇ ਤੁਹਾਡੇ ਨਾਲ ਭਿਖਾਰੀ ਚੰਗਾ ਜਿਹੜਾ ਉੱਥੇ ਉਹਦੇ ਨਾਲ ਟਾਈਮ ਤਾਂ ਸਪੈਂਡ ਕਰ ਰਿਹਾ Oh, beggar is better than you. He's spending his time. ਤੁਸੀਂ ਤਾਂ ਆਏ ਵੀ ਆ ਤੇ ਟਾਈਮ ਨਹੀਂ ਸਪੈਂਡ ਕੀਤਾ ਪ੍ਰਭੂ ਦੇ ਨਾਲ You have come, yet you did not spend your time with the Lord. ਉਹਨੇ ਹੱਥ ਮਿਲਾਇਆ ਤੇ ਕਿਹਾ Shaking hands and said, ਮੈਂ ਤੈਨੂੰ ਕਹਿੰਦਾ ਆ ਉੱਠ ਕੇ ਖੜਾ ਹੋ ਜਾ ਯਿਸੂ ਮਸੀਹ ਦੇ ਨਾਮ I ਵਿੱਚ say unto you, arise in the ਤੇ name of ਉਸੇ Jesus. ਵੇਲੇ ਹੀ ਉੱਠ ਕੇ ਖੜਾ ਹੋ ਗਿਆ And that very moment he rose. ਹਾਲੇਲੂਇਆ Hallelujah. ਤੇ ਚੱਲਣ ਫਿਰਨ ਲੱਗਾ Started to walk around. ਐਦਾਂ ਹਿਸਟਰੀ ਦੱਸਦੀ ਆ ਉਹਦੇ ਪੈਰ ਸੁੱਕੇ ਹੋਏ ਸਨ And the history says the legs were dried. ਪਰ ਜਦੋਂ ਹੀ ਉਹਨੇ ਰੱਬ ਦੇ ਬੰਦੇ ਨੇ ਕਿਉਂਕਿ ਧਿਆਨ ਹੈਲੋ ਧਿਆਨ ਕੀ ਭਲਾ What? ਧਿਆਨ ਜੁੜ ਗਿਆ Attention was ਤੇ ਸੁੱਕੇ ਗਿੱਟੇ ਵੀ ਕੀ ਹੋ ਗਏ ਹਰੇ ਹੋ ਗਏ ਬੋਲ ਯਿਸੂ ਮਸੀਹ ਦੇ ਨਾਮ ਕੀ glory. ਹਾਲੇਲੂਇਆ Hallelujah. ਹਾਲੇਲੂਇਆ Hallelujah. ਇਸ ਲਈ ਅੱਜ ਤੋਂ ਬਾਅਦ ਤੁਸੀਂ ਕਿੱਦਾਂ ਹੋਣਾ How you got to come? ਧਿਆਨ ਦੇਣਾ With all your ਕਿੱਦਾਂ ਹੋਣਾ ਕਿੱਦਾਂ ਹੋਣਾ ਬਹਿਣਾ ਕਿੱਦਾਂ attention, ਸੁਣਨਾ ਕਿੱਦਾਂ alertness, ਦੇਖਣਾ ਕਿੱਦਾਂ alert ਤੇ ਜਾਣਾ ਕਿੱਦਾਂ with alertness. ਧਿਆਨ ਨਾਲ ਨਹੀਂ ਤੇ ਜੇ ਕੋਈ ਤੁਰੇ ਜਾਂਦੇ ਨੇ ਤੁਹਾਡੇ ਸਾਈਕਲ ਮਾਰੇ ਤੁਸੀਂ ਕਹਿੰਦੇ ਆ ਦੇਖ ਦੇਖ ਤੈਨੂੰ ਦਿਖਦਾ ਨਹੀਂ ਅੰਨਾ ਹੋਇਆ ਏਦਾਂ ਕਹਿੰਦੇ ਨਾ ਵਾ ਜਿਹਨੂੰ ਦਿਖਦਾ ਨਹੀਂ ਉਹਨੂੰ ਲੋਕੀ ਕੀ ਕਹਿੰਦੇ ਆ ਬੋਲੋ ਤੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੰਨੇ ਦੇਖਦੇ ਆ In the name of Jesus, blind see. ਹਾਲੇਲੂਇਆ Hallelujah. ਤੇ ਬੋਲੇ The deaf ਤੇ ਬੋਲੇ hear. ਤੇ ਜੋਰ ਨਾਲ ਚਲਾ ਕੇ ਅੱਜ ਕਹੋ ਵੀ ਨਾ ਮੈਂ ਅੰਨਾ ਤੇ ਨਾ ਮੈਂ ਬੋਲਾ ਤੇ ਨਾ ਮੈਂ ਗੂੰਗਾ ਕਹੋ Say, neither I am deaf, nor blind, nor dumb. ਜਦੋਂ ਇੱਥੇ ਬੋਲਣ ਲਈ ਕਿਹਾ ਜਾਊ ਮੈਂ ਬੋਲਾਂਗਾ ਸੁਣਨ ਲਈ ਕਿਹਾ ਜਾਊ ਮੈਂ ਸੁਣਾਂਗਾ I will say, ਤੇ ਦੇਖਣ ਲਈ ਕਿਹਾ ਜਾਊ ਤਾਂ ਮੈਂ I will see. ਧਿਆਨ Attention, alertness. ਅਸਲੀ ਕਹਾਣੀ ਕਿੱਥੇ ਆ Attention. ਕਿੱਥੇ ਆ ਮਜ਼ੇ ਜੇ ਨਾ ਗਾਓ ਨਾ ਜਿੱਦਾਂ ਮੈਂ ਕਿਹਾ ਫੇਕ ਜੀ ਲਾ ਕੇ ਆਨੰਦ ਜਾ ਬਣਾਓ ਜਰਾ ਧਿਆਨ Attention. ਫੇਰ ਹੀ ਜੁੜੋਗੇ ਤੁਸੀਂ ਪਹਿਲਾਂ ਬੋਲਣ ਦਾ ਆਨੰਦ ਬਣਾਓ 103 में वो तुम्हारी ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ हाँ ਉਹ ਸਾਰੇ ਰੋਗਾਂ ਤੋਂ ਤੈਨੂੰ ਨਿਰੋਇਆ ਕਰਦਾ ਹੈ praise the Lord Praise the Lord. praise the Lord Praise the Lord. ਉਹ ਤੈਨੂੰ ਸਭ ਬਿਮਾਰੀਆਂ ਤੋਂ ਚੰਗਾ ਕਰਦਾ ਹੈ ਬੋਲੋ ਆਮੀਨ Amen. ਕੀ ਕਰਦਾ ਹੈ ਚੰਗਾ कहने क्या है पास्टर जोल ने नहीं क्या प्रभु दे वचन ने वो तेनू तेरे सारे रोगां तो की करदा है बोलो तो सही की करदा है बोलो ओ मैनू मेरे सारे रोगां तो चंगा करदा है आमीन 1993 ਦੀ ਗੱਲ ਹੈ 1993 ਇੱਕ ਵਿਅਕਤੀ ਹਸਪੀਟਲ ਦੇ ਵਿੱਚ ਬਿਮਾਰ ਸੀ a man sick and in the hospital ਤੇ ਉਹਨਾਂ ਨੂੰ ਪਤਾ ਲੱਗਿਆ ਖੋਜੇਵਾਲ ਦੇ ਵਿੱਚ ਪ੍ਰੇਅਰ ਹੁੰਦੀ ਹੈ and they came to know the prayers are done in the Khojewala. ਉਹ ਖੋਜੇਵਾਲ ਆਏ They came to Khojewal ਬਿਸ਼ਪ ਸਾਹਿਬ ਉਹਨਾਂ ਨੂੰ ਮਿਲੇ and Bishop sir met them ਤੇ ਜਦੋਂ ਉਹ ਜਾਣ ਲੱਗੇ and when they were about to leave ਤੇ ਉਹਨਾਂ ਨੇ ਕਿਹਾ ਵੀ ਸੰਤ ਜੀ ਕੁਝ ਦੇ ਦਿਓ ਸਾਨੂੰ ਬਿਮਾਰ ਵਾਸਤੇ and they asked saint give us something for the sick one ਉਹ ਕਹਿੰਦੇ ਦੇ ਦਿੰਦੇ ਆ and he said we will give it ਉਹਨਾਂ ਨੇ ਇੱਕ ਜਲ ਤੇ ਇੱਕ ਆਇਲ ਮੰਗਵਾਇਆ and he just brought in an oil and a water bottle ਪ੍ਰਾਰਥਨਾ ਕੀਤੀ prayed upon that thing ਤੇ ਉਹਨਾਂ ਨੂੰ ਕਿਹਾ ਇਹ ਜਿਹੜਾ ਹਸਪੀਟਲ 'ਚ ਬੰਦਾ ਬਿਮਾਰ ਹੈ
ਉਹਦੇ ਜਾ ਕੇ ਤੇਲ ਲਗਾ ਦਿਓ ਤੇ ਜਲ ਪਿਲਾ ਦਿਓ। And he said unto them, just make him bring this water and apply this oil upon him. ਹਜੇ ਵੀ ਉਹਨਾਂ ਦਾ ਮਨ ਠਹਿਰਦਾ ਨਹੀਂ। Their mind is not yet stationary. ਉਹ 5 ਮਿੰਟ ਬੈਠਣ ਤੋਂ ਬਾਅਦ ਕਹਿੰਦੇ ਜੀ ਹੋਰ ਵੀ ਕੁਝ ਦੇ ਦਿਓ। And after sitting for 5 minutes, they said, give us something more. ਕਿਉਂਕਿ ਜੇ ਇਹਨਾਂ ਨੂੰ ਡਾਕਟਰ ਨੇ ਇਹ ਕਿਹਾ ਹੋਵੇ ਵੀ ਤੁਹਾਡਾ ਬੰਦਾ ਮਰਨ ਵਾਲਾ ਹੈ, And the doctor has said, your man is about to die. ਹੁਣ ਉਹ ਕਦੀ ਤਾਂ ਪਾਣੀ ਵੱਲ ਨੂੰ ਦੇਖਦੇ ਆ ਤੇ ਕਦੀ And sometimes ਬਿਸ਼ਪ ਸਾਹਿਬ ਵੱਲ ਨੂੰ ਦੇਖ they ਲੈਂਦੇ ਆ। are looking to the water and sometimes to the bishop, sir. ਯਾਰ ਬੰਦਾ ਮਰਨ ਵਾਲਾ ਕਹਿੰਦੇ ਪਾਣੀ ਲੈ ਜਾਓ। Oh, and man is about to die, and they say, just take the water. ਕਦੀ ਉਹ ਤੇਲ ਦੀ ਸ਼ੀਸ਼ੀ ਵੱਲ ਨੂੰ ਦੇਖ ਲੈਂਦੇ ਤੇ ਕਦੀ ਬਿਸ਼ਪ ਸਾਹਿਬ ਵੱਲ ਨੂੰ ਦੇਖ ਲੈਂਦੇ ਆ। Now they are looking to the oil bottle and sometimes to the bishop, sir. ਫਿਰ 5 ਮਿੰਟ ਲੰਘ ਗਏ। 5 minutes passed. ਫਿਰ ਬਿਸ਼ਪ ਸਾਹਿਬ ਨੇ ਕਿਹਾ ਵੀ ਹੁਣ ਤੁਸੀਂ ਜਾਓ। And bishop sir said, go. ਮੈਂ ਜੋ ਕਰਨਾ ਹੀ ਕਰਤਾ। I have them. ਤੁਹਾਨੂੰ ਪਤਾ ਉਹਨਾਂ ਦਾ ਕੰਮ ਸਿੱਧਾ ਹੀ ਸੀ। They were very straightforward. ਉਹ ਫਿਰ ਬੈਠੇ ਰਹੇ, ਉੱਠੇ ਨਹੀਂ। They kept sitting over there and did not. ਕਹਿੰਦੇ ਜੀ ਕੁਝ ਹੋਰ ਵੀ ਦੇ ਦਿਓ ਸਾਨੂੰ, ਹੈਗਾ ਕੁਝ ਤਾਂ ਦੇ ਦਿਓ। And they said, give us something more if you ਉਹ ਕਹਿੰਦੇ have. ਹਾਂ ਇੱਕ ਕੰਮ ਕਰੋ, ਮੈਂ ਤੁਹਾਨੂੰ ਪ੍ਰਾਰਥਨਾ ਪੱਤਰ ਦਿੰਨਾ, And he said, I will give you a ਤੁਸੀਂ prayer. ਸਾਰੇ ਜਾਣੇ ਉਹਦੇ ਲਾਗੇ ਬਹਿ ਕੇ ਪ੍ਰਾਰਥਨਾ ਕਰ ਸਕਦੇ ਆ। All can sit around and pray. ਕਹਿੰਦੇ ਉਹ ਵੀ ਦੇ ਦਿਓ। Give us this also. ਉਹ ਵੀ ਆ ਗਿਆ 5 ਮਿੰਟ ਚ, ਉਹ ਵੀ ਆ ਗਿਆ। And again, then that was brought in, and they. ਹੁਣ ਉਹਨਾਂ ਨੂੰ ਉਹ ਵੀ ਦੇਤਾ। And now they were given that prayer. ਉਹ ਹੁਣ ਫਿਰ ਬੈਠੇ ਕੁਰਸੀ ਤੇ। They are still sitting on the chair. ਉਹ ਕਦੇ ਪੇਪਰ ਵੱਲੋਂ ਦੇਖਦੇ, ਕਦੇ ਬਿਸ਼ਪ ਸਾਹਿਬ ਵੱਲੋਂ ਦੇਖਦੇ, Sometimes looking towards the paper and towards the bishop side. ਕਦੇ ਟੇਬਲ ਤੇ ਪਈ ਬੋਤਲ ਵੱਲੋਂ ਦੇਖ ਲੈਂਦੇ ਆ। Sometimes looking to the bottle kept on the table. ਕਿਉਂਕਿ ਹੁਣ ਉਹਨਾਂ ਦਾ ਤਾਂ ਬੰਦਾ ਭਾਈ ਮਰਨ ਵਾਲਾ, ਤੇ ਬੰਦੇ ਨੂੰ ਹੁੰਦਾ ਕਿ ਯਾਰ ਇਹਦੇ ਨਾਲ। And now their man is about to die. This will do. ਤੁਸੀਂ ਬਾਹਰ ਨਾ ਇੱਕ ਇੱਥੇ ਜਿੱਥੇ ਆਪਣੀ ਚਾਹ ਬਣਦੀ, ਉੱਥੇ ਇੱਕ ਬੰਦਾ ਦੇਖਦੇ, ਵੱਡਾ ਸਾਰਾ ਮੱਥਾ, ਉਹਦਾ ਗੋਡਾ ਵਿੰਗਾ ਹੋਇਆ, ਹੁਣ ਬਾਹਰ ਨੂੰ ਨਿਕਲਿਆ। And there is a man. ਖੁੰਡੀ ਨਾ ਤੁਰਦਾ, ਉੱਥੇ ਤੁਸੀਂ ਦੇਖੋ ਤੁਹਾਨੂੰ ਲੱਭਣ। A man just outside, you will find him. ਇਹ ਗੱਲ ਉਹਦੇ ਭਰਾ ਦੀ ਹੈ, ਤੇ ਉਦੋਂ ਉਹਨੇ ਪ੍ਰਭੂ ਯਿਸੂ ਮਸੀਹ ਨੂੰ ਮੰਨਿਆ ਸੀ। ਇਹੀ ਜਲ ਤੇ ਤੇਲ ਲਾਉਣ ਦੇ ਨਾਲ ਬੰਦਾ ਹਸਪੀਟਲ ਚੋਂ ਬਾਹਰ ਆ ਗਿਆ ਸੀ ਯਿਸੂ ਮਸੀਹ ਦੇ ਨਾਮ ਤੇ। This oil and this water, that man came out of the hospital. ਇਹ ਅਸਲ ਦੇ ਵਿੱਚ ਯਿਸੂ ਮਸੀਹ ਦੇ ਬਹਾਏ ਹੋਏ ਲਹੂ ਨੂੰ ਰਿਪਰੈਜ਼ੈਂਟ ਕਰਦਾ ਹੈ। And this is a representation of the blood that Jesus shed on the cross. ਇਹ ਦਿਖਾਉਂਦਾ ਹੈ ਯਿਸੂ ਮਸੀਹ ਦੇ ਲਹੂ ਨੂੰ, It signifies the blood of Jesus. ਕਿ ਉਹਦੇ ਲਹੂ ਦੇ ਵਿੱਚ ਤਾਕਤ ਹੈ। That there is power in his blood. ਕਿੰਨੇ ਵਿਸ਼ਵਾਸ ਕਰਦੇ ਆ ਕਿ ਉਹਦੇ ਲਹੂ 'ਚ ਤਾਕਤ ਹੈ? How many of you believe there is power in his blood? ਹਾਲੇਲੂਇਆ, ਪ੍ਰੇਜ਼ ਦ ਲਾਰਡ। Praise the Lord. ਮੈਨੂੰ ਪਤਾ ਅੱਜ ਬਹੁਤ ਸਾਰੇ ਮੈਨੂੰ ਮਿਲਣ ਵਾਸਤੇ ਆਏ ਆ। Many have come to meet me, I know. ਮੇਰਾ ਖਿਆਲ ਇਦੋਂ ਵੱਧ ਮੈਂ ਤੁਹਾਨੂੰ ਸਮਝਾ ਨਹੀਂ ਸਕਦਾ ਕੁਝ। And I cannot more than this and just make you ਮੈਂ understand. ਫਸਟ ਪ੍ਰੈਫਰੈਂਸ ਤੁਹਾਡੇ ਲਈ ਅੱਜ ਦਾ ਵਚਨ ਲੈ ਕੇ ਆਇਆ ਹਾਂ। This is the first priority. I have brought this word for you. ਹੁਣ ਅੱਜ ਤੁਹਾਡੇ ਲਈ ਪ੍ਰਾਰਥਨਾ ਕੀਤੀ ਜਾਊਗੀ, Prayer will be done for you. ਕੱਲੇ ਕੱਲੇ ਬੰਦੇ ਨੇ ਵਾਸਤੇ। For every singular person. ਧਿਆਨ ਨਾਲ, With that alertness and attention. ਬੇਧਿਆਨੇ ਦੇ ਲਈ ਕੁਝ ਨਹੀਂ ਹੋਣਾ। Not someone who is unconscious. ਕਿਹਦੇ ਲਈ ਹੋਣਾ ਆ? For whom? ਸਭ ਤੋਂ ਵੱਡੀ ਗੱਲ ਹੈ, The greatest thing is. ਉਹ ਕਹਿੰਦਾ ਮੈਂ ਤੇਰੀਆਂ ਸਾਰੀਆਂ All. ਬੁਰਾਈਆਂ ਨੂੰ ਖਿਮਾ ਕਰਦਾ। ਕਰਾਉਣੀਆਂ ਕਿ ਨਹੀਂ? ਹੈਲੋ, ਤਾਂ ਹੋਣੀਆਂ ਜੇ ਦੁਬਾਰਾ ਜਾ ਕੇ ਨਹੀਂ ਕਰਨੀਆਂ। It will be forgiven if you do not repeat. ਹਾਂ, ਸਾਡਾ ਖਿਆਲ ਹੁੰਦਾ ਵੀ ਕਰ ਦਿਓ ਜੀ ਸਾਰੀਆਂ ਹੀ। We say do it. ਨਵੇਂ ਸਿਰੋਂ ਫੇਰ ਸਹੀ, And again the new day, a new ਏਦਾਂ one. ਨਹੀਂ ਹੋਣਾ ਇਹ 'ਚ। Not like this anymore. ਸਜ਼ਾ ਮਿਲਦੀ ਹੈ ਗੁਨਾਹ ਦੀ। You get punishment for the offense. ਬਾਈਬਲ ਦੇ ਹਰ ਬੰਦੇ ਨੂੰ ਸਜ਼ਾ ਮਿਲੀ ਹੈ Every- ਜਿਨਨੇ ਪਰਮੇਸ਼ਵਰ ਦੀ ਆਗਿਆਕਾਰੀ ਚੋਂ ਬਾਹਰ ਆ ਕੇ ਗੁਨਾਹ ਕੀਤਾ ਹੈ। Every person in the Bible was punished who came out of the word of God. ਤੁਸੀਂ ਯਿਸੂ ਦੇ ਲਹੂ ਦੇ ਨਾਲ ਖਰੀਦੇ ਗਏ ਲੋਕ ਹੋ। You are the kind bought by the blood of Jesus the Christ. ਸਾਨੂੰ ਬਾਹਰ ਜਾਣ ਦੀ ਆਗਿਆ ਬਿਲਕੁਲ ਨਹੀਂ ਹੈ। You are not permitted to go out. ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ ਰਹਿਣ ਦੀ ਆਗਿਆ ਹੈ। You are permitted to be in the presence of Almighty ਹੁਣ ਜਿਹੜਾ God. ਸਮਾਂ ਚੱਲ ਰਿਹਾ ਹੈ, And the time passing ਸਾਡਾ now, ਪ੍ਰਾਰਥਨਾ ਕਰਨ ਨੂੰ ਜੀ ਨਹੀਂ ਕਰਦਾ। you do not feel like praying. ਮੈਂ ਇੱਕ ਬੀਬੀ ਨੂੰ ਬੁਲਾ ਲਿਆ, I just called in a ma'am. ਤਾਂ ਮੈਂ ਉਹਨੂੰ ਕਿਹਾ ਬੀਬੀ
ਵੀ ਤੂੰ ਬਹੁਤ ਕੰਮ ਕਰ ਲਿਆ, And I told her, you have worked so much. ਹੁਣ ਬਹਿ ਕੇ ਪ੍ਰਾਰਥਨਾ ਕਰਿਆ ਕਰ। Sit and pray now. ਹਜੇ ਮੇਰੀ ਗੱਲ ਪੂਰੀ ਨਹੀਂ ਹੋਈ ਸੀ। And I was not even stopped. ਕਹਿੰਦੀ ਮੇਰੀ ਤਾਂ ਵੱਡੀ ਰੂਹ ਨਹੀਂ ਕਰਦੀ ਪ੍ਰਾਰਥਨਾ ਕਰਨ ਨੂੰ। She said, my spirit doesn't want to pray. ਬਹੁਤ ਆਈ ਥੇ ਜਿਹਨਾਂ ਦੀ ਵੱਡੀ ਰੂਹ ਨਹੀਂ ਕਰਦੀ ਪ੍ਰਾਰਥਨਾ ਕਰਨ ਨੂੰ। Their spirits never want to pray. ਜੰਗ ਵੀ ਹੋ ਸਕਦੇ ਆ, ਨੌਜਵਾਨ ਵੀ, ਬਜ਼ੁਰਗ ਵੀ, ਹਰ ਵਿਅਕਤੀ ਹੋ ਸਕਦਾ ਜਿਹੜਾ ਇਹ ਕਹੇ ਮੇਰਾ ਤਾਂ ਜੀ ਨਹੀਂ ਕਰਦਾ ਪ੍ਰਾਰਥਨਾ ਕਰਨ ਨੂੰ। It could be young, old, no one wants to pray. ਕੌਣ ਰੋਕ ਰਿਹਾ ਤੁਹਾਡੀ ਪ੍ਰਾਰਥਨਾ ਨੂੰ? Who is stopping your prayer life? ਕਿਹਨੂੰ ਤੁਹਾਡੀ ਪ੍ਰਾਰਥਨਾ ਤੋਂ ਜੈਲਸ ਆ? Who is jealous of your prayerful life? ਤੁਹਾਡੀ ਪ੍ਰਾਰਥਨਾ ਕੀ ਕਰ ਸਕਦੀ ਹੈ? What your prayers can do? ਇਹ ਭੇਤ ਕੌਣ ਜਾਣਦਾ ਆ? Who knows the mystery behind? ਕੌਣ ਚਾਹੁੰਦਾ ਹੈ ਤੁਸੀਂ ਪ੍ਰਾਰਥਨਾ ਨਾ ਕਰੋ? Who doesn't want you to pray? ਦੱਸੋ ਉਹਦਾ ਨਾਮ। Tell me his name. ਪ੍ਰਾਰਥਨਾ ਇੰਨਾ ਜ਼ਰੂਰੀ ਹੈ ਜਿੰਨਾ ਜੀਣ ਵਾਸਤੇ ਸਾਹ ਲੈਣਾ ਜ਼ਰੂਰੀ ਹੈ। Prayer is so very important as for you to live, your breath is important. ਵੈਰੀ ਚਾਹੁੰਦਾ ਆ ਤੁਸੀਂ ਆਓ, ਬੇਸੁੱਧ ਹੋ ਕੇ ਆਓ। The enemy was you come, and with unconscious mind you should come. ਇਹਦਾ ਮਤਲਬ ਹਜੇ ਤੁਸੀਂ ਪਹਿਲੀ ਪੌੜੀ ਤੇ ਵੀ ਪੈਰ ਨਹੀਂ ਰੱਖਿਆ। That means you have not even stepped the first step. ਹਜੇ ਤੇ ਮਹਿਲ ਦੀਆਂ ਪੌੜੀਆਂ ਨਹੀਂ ਚੜੇ ਤੇ ਮਹਿਲ 'ਚ ਕਿੱਦਾਂ ਵੜ ਜਾਗੇ? You have not yet stepped the steps of the palace. How you come? ਪਹਿਲਾ ਕੰਮ ਆ ਤੁਹਾਡਾ ਜੋ ਵਚਨ ਦਿੱਤਾ ਗਿਆ ਉਹਨੂੰ ਸਟੋਰ ਕਿੱਦਾਂ ਕਰਨਾ ਹੈ। How you got to store the word that is given unto you? You got to decide. ਜਿਨ੍ਹਾਂ ਦੇ ਅੰਦਰ ਵਚਨ ਨਹੀਂ ਆ, ਇੱਕ ਹਵਾ ਦਾ ਬੁੱਲਾ ਆਇਆ ਪਤਾ ਨਹੀਂ ਕਿੱਧਰ ਕਿੱਧਰ ਉੜ ਕੇ ਜਾਣਾ। Those who do not have the word of God, they just a wind shall blow and they will just go away. ਬਿਨਾਂ ਵਚਨ ਤੋਂ ਤੁਸੀਂ ਤੂੜੀ ਦੇ ਸਮਾਨ ਆ। You are like a straw without the word. ਪਰ ਵਚਨ ਦੇ ਨਾਲ ਤੁਸੀਂ ਅਨਾਜ ਬਣ ਜਾਂਦੇ ਆ। But with the word you become heavy grains. ਤੇ ਪਰਮੇਸ਼ਰ ਅਨਾਜ ਨੂੰ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਨਾ ਚਾਹੁੰਦੇ ਆ। And God wants to store his grains in his godowns. ਬੋਲ ਯਿਸੂ ਮਸੀਹ ਦੇ ਨਾਮ ਕੀ। ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਵੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ ਤੇ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ।